ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸ਼ਲੋਕ ਮਹੱਲਾ ਪਹਿਲਾ। ਜੀਉ ਪਾਏ ਤਨ ਸਾਜਿਆ, ਰਖਿਆ ਬਣਤ ਬਣਾਏ। ਅੱਖੀ ਦੇਖੈ ਜਿਹਵਾ ਬੋਲੇ, ਕੰਨੀ ਸੁਰਤ ਸਮਾਏ। ਜੀਉ ਪਾਏ ਤਨ ਸਾਜਿਆ, ਰਖਿਆ ਬਣਤ ਬਣਾਏ। ਅੱਖੀ ਦੇਖੈ ਜਿਹਵਾ ਬੋਲੇ, ਕੰਨੀ ਸੁਰਤ ਸਮਾਏ। ਪੈਰੀ ਚੱਲੈ ਹੱਥੀਂ ਕਰਨਾ, ਦਿੱਤਾ ਪਹਿਨੈ ਖਾਏ। ਜਿਨ ਰਚ ਰਚਿਆ ਤਿਸੈ ਨ ਜਾਣੈ, ਅੰਧਾ ਅੰਧ ਕਮਾਏ। ਜਾਂ ਭਜੈ ਤਾਂ ਠੀਕਰ ਹੋਵੈ, ਘਾੜਤ ਘੜੀ ਨ ਜਾਏ। ਨਾਨਕ ਗੁਰ ਬਿਨ ਨਾਹਿ ਪਤ, ਪਤ ਬਿਨ ਪਾਰ ਨ ਪਾਏ। ਨਾਨਕ ਗੁਰ ਬਿਨ ਨਾਹਿ ਪਤ, ਪਤ ਬਿਨ ਪਾਰ ਨ ਪਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੇ, ਗੁਰੂ ਸਵਾਰੇ, ਸਤਸੰਗੀ ਜਣੋ, ਰੋਜ਼ਾਨਾ ਦੀ ਤਰ੍ਹਾਂ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਹੀ ਪਾਤਸ਼ਾਹ ਜੀ ਦੇ ਚਰਨਾਂ ਕਮਲਾਂ ਵਿਖੇ ਹਾਜ਼ਰੀਆਂ ਲਵਾ ਰਹੇ ਹੋ। ਆਪ ਜੀ ਅੰਮ੍ਰਿਤ ਵੇਲੇ ਦੇ ਨਿਤਨੇਮ ਉਪਰੰਤ ਆਸਾ ਜੀ ਕੀ ਵਾਰ ਕੇ ਸ਼ਬਦ ਕੀਰਤਨ ਸਰਵਣ ਕਰ ਰਹੇ ਸੀ। ਉਪਰੰਤ ਚੱਲ ਰਹੀ ਲੜੀਵਾਰ ਕਥਾ ਮੁਤਾਬਕ ਪਵਿੱਤਰ ਸ਼ਬਦ ਦਾ ਪਾਠ ਸਰਵਣ ਕੀਤਾ ਜੀ। ਸਰਬਤ ਸੰਗਤਾਂ ਨੂੰ ਭਗਤ ਰਵਿਦਾਸ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਹੋਵਨ। ਆਓ ਪਵਿੱਤਰ ਬਾਣੀ ਦੀ ਇਤਿਹਾਸ ਦੀ ਵਿਚਾਰ ਨਾਲ ਜੁੜਨਾ ਕਰੀਏ। ਉਸ ਤੋਂ ਪਹਿਲਾਂ ਗੁਰੂ ਚਰਨਾਂ ਵਿੱਚ ਲਵਾਈਏ ਹਾਜ਼ਰੀਆਂ। ਗੁਰੂ ਕਾ ਬਖਸ਼ਿਆ ਫਤਿਹ ਦਾ ਨਾਅਰਾ ਕਰੀਏ ਬੁਲੰਦ, ਗੱਜ ਕੇ ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸ਼ਲੋਕ ਮਹੱਲਾ ਪਹਿਲਾ। ਜੀਉ ਪਾਏ ਤਨ ਸਾਜਿਆ, ਰਖਿਆ ਬਣਤ ਬਣਾਏ। ਅੱਖੀ ਦੇਖੈ ਜਿਹਵਾ ਬੋਲੇ, ਕੰਨੀ ਸੁਰਤ ਸਮਾਏ। ਇਹ ਪਵਿੱਤਰ ਬਚਨ ਪਹਿਲੇ ਪਾਤਸ਼ਾਹ ਨਾਰਾਇਣ ਸਰੂਪ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਅੰਗ 138 ਉੱਪਰ ਸੁਭਾਏਮਾਨ ਮਾਝ ਰਾਗ ਵਿਖੇ ਬਖਸ਼ਿਸ਼ ਕੀਤੇ ਹਨ। ਇਹ ਉਪਦੇਸ਼ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸ਼੍ਰੀ ਕਰਤਾਰਪੁਰ ਸਾਹਿਬ ਬੈਠੇ ਸਿੱਖ ਸੰਗਤਾਂ ਨੂੰ ਸਾਡੇ ਮਨੁੱਖਾ ਜਾਮੇ ਦੀ ਕੀਮਤ ਦੱਸਦਿਆਂ ਹੋਇਆਂ
ਇਸ ਮਾਨਸ ਜਾਮੇ ਦੀ ਕਦਰ ਕਰਨ ਦਾ ਉਪਦੇਸ਼ ਦਿੰਦੇ ਹਨ। ਔਰ ਜਿਸ ਨੇ ਇਹ ਦਿੱਤਾ ਹੈ ਉਸ ਦਾ ਧੰਨਵਾਦ ਸ਼ੁਕਰੀਆ ਕਰਨ ਦਾ ਉਪਦੇਸ਼ ਬਖਸ਼ਦੇ ਆ। ਪਾਤਸ਼ਾਹ ਜੀ ਬਖਸ਼ਿਸ਼ ਕਰ ਰਹੇ ਸੀ ਸਿੱਖ ਸੰਗਤਾਂ ਦੇ ਨਾਲ ਇਹ ਵਿਚਾਰਾਂ ਸਾਂਝੀਆਂ ਕਰਦੇ ਹੋਏ ਨਗਰ ਕਰਤਾਰਪੁਰ ਸਾਹਿਬ ਵਿਖੇ ਕਿ ਸਿੱਖੋ, ਜਿਸ ਅਕਾਲ ਪੁਰਖ ਨੇ ਆਪਣੀ ਚੇਤਨ ਸਤਾ ਦੇ ਵਿੱਚੋਂ ਆਪਣੀ ਆਤਮਾ ਆਪਣੀ ਅੰਸ਼ ਵੰਸ਼ ਨੂੰ ਦੇ ਕਰਕੇ ਇਹ ਸਰੀਰਾਂ ਦੇ ਵਿੱਚ ਭੇਜਣਾ ਕੀਤਾ। ਉਸ ਤੋਂ ਪਹਿਲਾਂ ਸਰੀਰਾਂ ਦੀ ਰਚਨਾ ਕੀਤੀ। ਮਾਂ ਕੀ ਰਕਤ ਪਿਤਾ ਬਿੰਦ ਧਾਰਾ, ਮੂਰਤ ਸੂਰਤ ਕਰ ਅਪਾਰਾ। ਅਪਾਰਾ ਜਿਸ ਦਾ ਅੰਤ ਕੋਈ ਨਹੀਂ ਹੈ। ਮਾਂ ਦਾ ਖੂਨ ਲੈ ਕਰਕੇ, ਪਿਤਾ ਦੀ ਬੂੰਦ ਲੈ ਕਰਕੇ, ਬਿੰਦ ਲੈ ਕਰਕੇ, ਦੋਨਾਂ ਨੂੰ ਮਿਲਾ ਕਰਕੇ ਅਕਾਲ ਪੁਰਖ ਨੇ ਇਹ ਸੁੰਦਰ ਸਰੀਰ ਬਣਾਉਣਾ ਕੀਤਾ। ਸਾਇੰਸ ਦੇ ਕੋਲੇ ਐਸੀ ਵੀ ਕੋਈ ਮਸ਼ੀਨ ਨਹੀਂ ਬਣੀ ਜਿਹੜੀ ਇਸ ਤਰ੍ਹਾਂ ਦਾ ਸਰੀਰ ਬਣਾ ਸਕੇ। ਭਾਵੇਂ ਕਿ ਸਾਇੰਸ ਕਹਿੰਦੀ ਹੈ ਮੈਂ ਬੜੀ ਤਰੱਕੀ ਕੀਤੀ ਆ, ਪਰ ਇਹ ਮਨੁੱਖ ਦਾ ਇੱਕ ਨਹੁੰ ਵੀ ਤਿਆਰ ਨਹੀਂ ਕਰ ਸਕਦੀ। ਇੱਕ ਉਂਗਲ ਵੀ ਟੁੱਟ ਜਾਵੇ ਤੇ ਦੁਬਾਰਾ ਉਸ ਨੂੰ ਉਸੇ ਤਰ੍ਹਾਂ ਤਿਆਰ ਨਹੀਂ ਕਰ ਸਕਦੀ। ਨਕਲੀ ਬਣਾ ਸਕਦੀ ਹੈ, ਪਰ ਜੋ ਇਹਨਾਂ ਅੰਗਾਂ ਦਾ ਚੱਲਣਾ, ਇਹਨਾਂ ਦੀ ਫੀਲਿੰਗ, ਇਹਨਾਂ ਦੀ ਦਿਮਾਗ ਦੇ ਨਾਲ ਕਨੈਕਟ, ਸੁਰਤ ਦੇ ਨਾਲ ਸਾਰੇ ਸਰੀਰ ਦੇ ਅੰਗ ਕੰਮ ਕਰਦੇ ਆ। ਜੋ ਮਨੁੱਖ ਦਿਮਾਗ ਵਿੱਚ ਸੋਚਦਾ ਉੱਧਰ ਪੈਰ ਚੱਲਦਾ, ਜੋ ਦਿਮਾਗ ਨਾਲ ਸੋਚਦਾ ਉਹ ਕੰਮ ਕਰਦਾ, ਜੋ ਦਿਮਾਗ ਨਾਲ ਸੋਚਦਾ ਉੱਧਰ ਦੇਖਦਾ ਹੈ, ਜੋ ਦਿਮਾਗ ਨਾਲ ਸੋਚਦਾ ਹੈ ਉੱਧਰ ਸੁਣਨ ਲੱਗ ਜਾਂਦਾ। ਇਹ ਫੀਲਿੰਗ ਸੈਂਸ ਨਹੀਂ ਪਾ ਸਕਦੀ। ਭਾਵੇਂ ਕਿ ਉਸਨੇ ਅਨੇਕਾਂ ਤਰ੍ਹਾਂ ਦੇ ਪੁਤਲੇ, ਡੁਪਲੀਕੇਟ ਮਨੁੱਖ ਵਰਗੇ ਤਿਆਰ ਕਰ ਲਏ ਹੈ, ਪਰ ਉਹ ਗੱਲ ਨਹੀਂ ਬਣ ਸਕੀ। ਇਸ ਕਰਕੇ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਸਿੱਖੋ, ਉਸ ਪਰਮੇਸ਼ਰ ਦਾ ਸ਼ੁਕਰੀਆ ਕਰਨਾ ਚਾਹੀਦਾ ਜਿਸ ਨੇ ਤੈਨੂੰ ਇਹ ਸੁੰਦਰ ਸਰੀਰ ਦਿੱਤਾ। ਜੀਓ ਪਾਏ ਤਨ ਸਾਜਿਆ, ਰੱਖਿਆ ਬੰਟ ਬਣਾਏ। ਸਾਇੰਸਦਾਨਾਂ ਨੇ ਇਹ ਵੀ ਕੋਸ਼ਿਸ਼ ਕੀਤੀ ਪਤਾ ਕਰਨ ਦੀ ਕਿ ਸਰੀਰ ਕਿਵੇਂ ਬਣਦਾ ਹੈ। ਉਹਨਾਂ ਨੇ ਇੱਕ ਤਜਰਬਾ ਕੀਤਾ, ਲਗਾਤਾਰ ਕਿਸੇ ਇਸਤਰੀ ਦੇ ਸਕੈਨ ਕਰਕੇ, ਲਗਾਤਾਰ ਕੈਮਰਾ ਲਾ ਕੇ ਉਸ ਦੇ ਪੇਟ ਉੱਪਰ, ਬਈ ਇਹ ਜਦ ਬੰਦਾ ਬਣਦਾ ਹੈ ਇਹਦੀ ਸ਼ੁਰੂਆਤ ਕਿਵੇਂ ਹੁੰਦੀ ਹੈ। ਤਾਂ ਉਹਨਾਂ ਨੇ ਦੇਖਿਆ ਕਿ ਖੂਨ ਬਿੰਦ ਮਿਲ ਕੇ ਇੱਕ ਲੋਥੜਾ ਬਣਿਆ ਮਾਸ ਦਾ। ਵੇਖਦੇ ਰਹੇ, ਪਰ ਅਚਾਨਚੱਕ ਹੀ ਉਹ ਧੜਕਣ ਲੱਗ ਪਿਆ, ਵਾਈਬ੍ਰੇਸ਼ਨ ਕਰਨ ਲੱਗ ਪਿਆ। ਭਾਵ ਉਹਦੇ ਨਾਲ ਜੁੜ ਕੇ ਦਿਲ ਬਣਦਾ। ਉੱਥੋਂ ਪਹਿਲਾਂ ਦਿਲ ਬਣਿਆ ਮਨੁੱਖ ਦਾ। ਸਾਇੰਸ ਨੇ ਦੱਸਿਆ ਵੀ ਇੱਦਾਂ, ਪਰ ਸਾਨੂੰ ਇਹ ਨਹੀਂ ਪਤਾ ਲੱਗਿਆ ਵੀ ਆ ਕੇ ਵੜਿਆ ਕੀ। ਇਹ ਮਾਸ ਦਾ ਲੋਥੜਾ ਧੜਕਣ ਕਿਵੇਂ ਲੱਗ ਪਿਆ, ਹੱਲਣ ਕਿਵੇਂ ਲੱਗ ਪਿਆ ਆਪੇ, ਇਹ ਨਹੀਂ ਪਤਾ ਲੱਗ ਸਕਿਆ ਹਜੇ ਤੱਕ। ਤਾਂ ਉਸ ਤੋਂ ਬਾਅਦ ਦਿਲ ਨੇ ਪੰਪ ਕਰਨਾ ਸ਼ੁਰੂ ਕੀਤਾ। ਫਿਰ ਉਸ ਤੋਂ ਬਾਅਦ ਮਾਂ ਦੇ ਉਦਰ ਦੇ ਵਿੱਚ ਬੱਚੇ ਦੀ ਬਣਤਰ ਬਣਨੀ ਸ਼ੁਰੂ ਹੋਈ, ਸਾਰਾ ਸਰੀਰ ਬਣ ਗਿਆ। ਉਸ ਅਕਾਲ ਪੁਰਖ ਨੇ ਕੈਸੀ ਰਚਨਾ ਰਚੀ। ਪਵਨ ਤੋਂ ਪਾਣੀ ਬਣਾਤਾ, ਪਾਣੀ 'ਚੋਂ ਅੱਗ ਪੈਦਾ ਕਰ ਦਿੱਤੀ। ਇਹ ਸ੍ਰਿਸ਼ਟੀ ਸਾਰੀ ਇਸੇ ਤਰ੍ਹਾਂ ਜਲ ਤੇ ਥਲ ਕਰ, ਥਲ ਤੇ ਕੂਆਂ, ਕੂਪ ਤੇ ਮੇਰ ਕਰਾਵੇ। ਇੱਕ ਛਿਣ ਦੇ ਵਿੱਚ
ਜਲਾਂ ਨੂੰ ਸੁਕਾ ਕੇ ਥਲ ਬਣਾ ਦੇਵੇ, ਥਲਾਂ ਦੇ ਵਿੱਚ ਖੂਹ ਬਣਾ ਕੇ ਪਾਣੀ ਬਣਾ ਦੇਵੇ, ਖੂਹ ਦੇ ਵਿੱਚ ਟੋਇਆਂ ਨੂੰ ਭਰ ਕੇ ਪਹਾੜ ਬਣਾ ਦੇਵੇ, ਪਹਾੜਾਂ ਨੂੰ ਢਾਹ ਕੇ ਨੀਵਾਂ ਕਰ ਦੇਵੇ। ਇਹ ਉਹਦੀ ਰਚਨਾ ਨੂੰ ਕੋਈ ਸਮਝ ਨਹੀਂ ਸਕਿਆ ਹਾਲੇ ਤੱਕ। ਜਲ ਤੇ ਥਲ ਕਰ ਥਲ ਤੇ ਕੂਆਂ, ਕੂਪ ਤੇ ਮੇਰ ਕਰਾਵੈ, ਧਰਤੀ ਤੇ ਆਕਾਸ਼ ਚੜਾਵੈ, ਚੜ੍ਹੇ ਆਕਾਸ਼ ਗਿਰਾਵੈ। ਧਰਤੀ ਤੋਂ ਆਕਾਸ਼ਾਂ ਵਿੱਚ ਭੇਜ ਦੇਵੇ, ਆਕਾਸ਼ਾਂ ਵਿੱਚ ਚੜ੍ਹਿਆਂ ਨੂੰ ਥੱਲੇ ਸਿੱਟ ਦੇਵੇ। ਕਮਾਲ ਦੀ ਗੱਲ ਹੈ। ਤਾਂ ਗੁਰੂਆਂ ਨੇ ਇਹਨਾਂ ਚੀਜ਼ਾਂ ਨੂੰ ਸਮਝਿਆ, ਸਾਧੂਆਂ ਨੇ, ਬ੍ਰਹਮ ਗਿਆਨੀਆਂ ਨੇ ਆਪਣੇ ਅੰਦਰ ਦੀ ਖੋਜ ਕੀਤੀ, ਸਾਇੰਸਦਾਨਾਂ ਨੇ ਬਾਹਰ ਦੀ ਕੀਤੀ, ਭਗਤ ਪੀਪਾ ਜੀ ਨੇ ਅੰਦਰੋਂ ਕੀਤੀ ਤੇ ਕਹਿ ਉੱਠੇ, ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੈ, ਪੀਪਾ ਪਣਵੈ ਪਰਮ ਤਤ ਹੈ, ਸਤਿਗੁਰ ਹੋਏ ਲਿਖਾਵੈ। ਸਤਿਗੁਰੂ ਪਾਤਸ਼ਾਹ ਜੀ ਅੱਜ ਕਹਿ ਰਹੇ ਹਨ, ਜੀਉ ਪਾਏ ਤਨ ਸਾਜਿਆ, ਰੱਖਿਆ ਬਣਤ ਬਣਾਏ। ਉਸ ਅਕਾਲ ਪੁਰਖ ਨੇ ਮਾਤਾ ਦੇ ਉਦਰ ਵਿਖੇ ਆਪਣੇ ਅੰਸ਼ ਚੇਤਨ ਸਤਾ ਨੂੰ ਭੇਜ ਕੇ ਇਹ ਤਨ ਦੀ ਰਚਨਾ ਕੀਤੀ। ਤਨ ਸਾਜਿਆ, ਤਨ ਬਣਾਉਣਾ ਕੀਤਾ। ਕਿੱਥੇ ਰੱਖ ਕੇ? ਮਾਤਾ ਦੇ ਉਦਰ ਵਿਖੇ ਰੱਖਿਆ, ਬਣਤ ਬਣਾਏ, ਇਸ ਨੂੰ ਸੁੰਦਰ ਬਣਾਇਆ। ਫਿਰ ਇਹਦੇ ਵਿੱਚ ਅੱਖੀਂ ਦੇਖੈ, ਅੱਖਾਂ ਦੇਖਣ ਵਾਸਤੇ ਲਗਾ ਦਿੱਤੀਆਂ। ਜਿਹਬਾ ਬੋਲੈ, ਜੀਭ ਦਾ ਟੁਕੜਾ ਵੀ ਮਾਸ ਹੈ, ਅੱਖਾਂ ਵੀ ਮਾਸ ਹੈ, ਪਰ ਸਾਰੇ ਸਰੀਰਾਂ ਦੇ ਅੰਗਾਂ ਦੇ ਵਿੱਚ ਫਰਕ ਕਿੰਨਾ? ਕੰਮ ਸਾਰਿਆਂ ਦਾ ਅਲੱਗ-ਅਲੱਗ ਹੈ। ਅੱਖਾਂ ਦੇ ਵਿੱਚ ਵੇਖਣ ਦਾ ਪੁਰਜਾ ਫਿੱਟ ਕਰਤਾ, ਕੰਨਾਂ ਵਿੱਚ ਸੁਣਨ ਦਾ ਫਿੱਟ ਕਰਤਾ, ਨਾਸਿਕਾ ਵਿੱਚ ਸੁੰਘਣ ਦਾ ਫਿੱਟ ਕਰਤਾ। ਸਾਰੇ ਹੈ ਮਾਸ ਦੇ ਲੋਥੜੇ ਹੀ, ਪਰ ਕਮਾਲ ਹੈ ਉਸ ਪਰਮੇਸ਼ਰ ਦੀ। ਜੀਉ ਪਾਏ ਤਨ ਸਾਜਿਆ, ਰੱਖਿਆ ਬਣਤ ਬਣਾਏ। ਅੱਖੀਂ ਦੇਖੈ, ਜਿਹਵਾ ਬੋਲੈ, ਅੱਖਾਂ ਦੇਖਦੀਆਂ, ਜੋ ਦੇਖਦੀਆਂ ਜੀਭ ਦੇ ਰਾਹੀਂ ਬੋਲਦਾ। ਕੰਨੀ ਸੁਰਤ ਸਮਾਏ, ਕੰਨਾਂ ਦੇ ਵਿੱਚ ਫੀਲ ਕਰਨ ਦਾ ਤੱਤ ਭਰ ਦਿੱਤਾ। ਉਸ ਅਕਾਲ ਪੁਰਖ ਨੇ ਪਹਿਲਾਂ ਤੱਤ ਤਿਆਰ ਕੀਤੇ 5, ਸੂਖਮ ਸਰੀਰ ਦੁਆਰਾ ਅਸਥੂਲ ਦੇਹ ਦੀ ਰਚਨਾ ਕੀਤੀ, ਸਾਜਨਾ ਕੀਤੀ। ਜਿਵੇਂ ਪਹਿਲਾਂ ਅਸੀਂ ਨਕਸ਼ਾ ਦਿਮਾਗ ਵਿੱਚ ਸੋਚੀਏ ਤੇ ਉਹ ਸੂਖਮ ਘਰ ਹੈ, ਜਦ ਉਹ 'ਤੇ ਪ੍ਰੈਕਟੀਕਲ ਹੋ ਜਾਵੇ ਤੇ ਫਿਰ ਅਸਥੂਲ ਘਰ ਬਣ ਜਾਂਦਾ। ਇਸੇ ਤਰ੍ਹਾਂ ਪਰਮੇਸ਼ਰ ਦੇ ਅੰਦਰ ਅਸੀਂ ਸਾਰੇ ਪਏ ਸੀ ਸੂਖਮ ਦੇ ਵਿੱਚ, ਤੇ ਉਸ ਅਕਾਲ ਪੁਰਖ ਨੇ ਆਪਣੇ ਸੂਖਮ ਦੇ ਵਿੱਚੋਂ ਹੀ ਇਹ ਸਾਨੂੰ ਬਣਾ ਦਿੱਤਾ। ਕਹਿੰਦੇ ਇੱਕ ਦਿਨ ਪਰਮੇਸ਼ਰ ਇਕੱਲਾ ਹੀ ਬੈਠੇ ਸੀ, ਜਿਵੇਂ ਮਾਰੂ ਰਾਗ ਵਿੱਚ ਲਿਖਦੇ ਆ, ਅਰਬਦ ਨਰਬ ਧੁੰਦੂ ਕਾਰਾ, ਧਰਨ ਨਾ ਗਗਨਾ ਹੁਕਮ ਅਪਾਰਾ, ਨਾ ਦਿਨ ਰੈਣ ਨਾ ਚੰਦ ਨਾ ਸੂਰਜ, ਸੁਨ ਸਮਾਧ ਲਗਾਏਂਦਾ। ਆਪਣੇ ਆਪੇ ਦੇ ਵਿੱਚ ਸਮਾਇਆ ਹੋਇਆ ਸੀ। ਸੁਨਹਿ ਕੀਏ 10 ਅਵਤਾਰਾ। 10 ਅਵਤਾਰ ਕੇਵਲ ਗੁਰੂਆਂ ਨਾਲ ਸੰਬੰਧ ਨਹੀਂ ਰੱਖਦੇ। 10 ਅਵਤਾਰ ਦਾ ਮਤਲਬ 5 ਕਰਮ ਇੰਦਰੇ, 5 ਗਿਆਨ ਇੰਦਰੇ, ਉਹ ਸੁਣ ਦੇ ਵਿੱਚੋਂ ਪੈਦਾ ਕੀਤੇ। ਅਵਤਾਰਾ ਭਾਵ ਉਤਰਨਾ। ਅਵਤਰ ਆਏ ਕਹਾਂ ਤੁਮ ਕੀਨਾ, ਦੁਨੀਆ ਵਿੱਚ ਉਤਰ ਕੇ ਤੁਸੀਂ ਕੀ ਕੀਤਾ? ਕਬੀਰ ਸਾਹਿਬ ਜੀ ਪੁੱਛਦੇ ਆ, ਅਵਤਰ ਆਏ ਕਹਾਂ ਤੁਮ ਕੀਨਾ, ਰਾਮ ਕੋ ਨਾਮ ਨ ਕਬਹੂ ਲੀਨਾ, ਮਰ ਜਾਏ ਵੇ ਕਹੋ ਕਿਆ ਕਰੋ ਅਭਾਗੇ। ਹੋਏ ਮਾੜੇ ਭਾਗਾਂ ਵਾਲਿਆ, ਮਰਨ ਵਾਲੇ ਦਿਨ ਵਾਸਤੇ ਵੀ ਕੋਈ ਜੋੜਿਆ, ਜਿਹਦੇ ਸੰਸਾਰ ਦੀ ਯਾਤਰਾ ਨੂੰ ਗਾਹਾਂ ਚੱਲਣਾ ਛੱਡ ਕੇ ਉਸ ਦਿਨ ਵਾਸਤੇ ਕੀ ਕੀਤਾ? ਪ੍ਰੀਤਮ ਜੀ ਕਹਿੰਦੇ, ਭਲਿਆ ਮਾਨਸਾ ਤੂੰ ਉਸ ਸਮੇਂ ਦੇ ਬਾਰੇ ਵੀ ਸੋਚ। ਉਸ ਅਕਾਲ ਪੁਰਖ ਨੇ ਸਭ ਤੋਂ ਪਹਿਲਾਂ ਹਵਾ ਤਿਆਰ ਕੀਤੀ। ਮਾਂ ਦੇ ਉਦਰ ਵਿੱਚ ਵੀ ਮਾਂ ਦੇ ਸਵਾਸ ਰਾਹੀਂ ਹਵਾ ਹੀ ਜਾਂਦੀ ਹੈ।
ਤੇ ਨਾਭੀ ਤੋਂ ਵਿੱਚੋਂ ਉਹ ਸਵਾਸ ਜਿਹੜਾ ਹੈ, ਇੱਕ ਗਿੱਠ 10 ਉਂਗਲਾਂ, ਜਿਸ ਦੇ ਉੱਪਰ ਫਿਰ ਦਿਲ ਤਿਆਰ ਹੋ ਜਾਂਦਾ, ਤੇ ਫਿਰ ਉਸ ਨਾੜੀ ਦੇ ਵਿੱਚੋਂ ਹੀ ਸਾਰਾ ਸਰੀਰ ਬਣਨਾ ਸ਼ੁਰੂ ਹੁੰਦਾ। ਸਾਚੇ ਤੇ ਪਵਨਾ ਭਇਆ, ਪਵਨਾ ਤੇ ਜਲ ਹੋਏ। ਅਕਾਲ ਪੁਰਖ ਤੋਂ ਹਵਾ ਬਣੀ, ਫਿਰ ਹਵਾ ਨੂੰ ਠੰਡੀ ਕਰਕੇ ਪਾਣੀ ਬਣਾਤਾ। ਜਲ ਤੇ ਤ੍ਰੈ ਭਵਨ ਸਾਜਿਆ, ਫਿਰ ਉਸ ਪਾਣੀ ਤੋਂ ਸਾਨੂੰ ਸਾਰਿਆਂ ਨੂੰ ਬਣਾਤਾ। ਘਟ ਘਟ ਜੋਤ ਸਮੋਏ, ਤੇ ਫਿਰ ਸਾਰਿਆਂ ਵਿੱਚ ਵੇਖਣ ਵਾਲੀ ਅੱਖ ਰੱਖ ਦਿੱਤੀ, ਜੋਤ ਰੱਖ ਦਿੱਤੀ। ਅੱਖੀਂ ਦੇਖੈ ਜਿਹਵਾ ਬੋਲੇ, ਅੱਖਾਂ ਦੇਖਦੀਆਂ, ਜੀਭ ਬੋਲਦੀ ਆ। ਕੰਨੀ ਸੁਰਤ ਸਮਾਏ, ਕੰਨਾਂ ਦੇ ਵਿੱਚ ਆਵਾਜ਼ ਸਮਾਉਣ ਦੀ ਸੁਰਤ ਗਿਆਤ ਹੈ, ਭਾਵ ਕੰਨਾਂ ਵਿੱਚ ਸੁਣਨ ਦਾ ਗਿਆਨ ਰੱਖ ਦਿੱਤਾ। ਹਵਾ ਤੋਂ ਪਾਣੀ, ਪਾਣੀ ਤੋਂ ਅੱਗ, 3 ਤੱਤ। ਫਿਰ ਅੱਗੇ ਚੱਲ ਕੇ ਸੂਖਮ ਤੋਂ ਸਥੂਲ ਮਿੱਟੀ ਬਣ ਗਈ, ਤੇ ਫਿਰ ਆਕਾਸ਼ 5ਵਾਂ ਤੱਤ, ਜਿਹਦੇ ਵਿੱਚ ਇਹ ਸਾਰਾ ਬਣਾ ਕੇ ਰੱਖਿਆ ਹੋਇਆ। ਜਿਵੇਂ ਕਿਸੇ ਬਿਲਡਿੰਗ ਨੂੰ ਬਣਾਉਣ ਵਾਸਤੇ ਪਲਾਟ ਚਾਹੀਦਾ, ਇਸ ਤਰ੍ਹਾਂ ਪਰਮੇਸ਼ਰ ਨੇ ਦੁਨੀਆ ਨੂੰ ਸਾਜਣ ਵਾਸਤੇ ਧਰਤੀ ਬਣਾਈ। ਆਕਾਸ਼, ਪਲਾਟ, ਧਰਤੀ ਤੋਂ ਲੈ ਕੇ ਖਾਲੀ ਥਾਂ ਨੂੰ ਆਕਾਸ਼ ਕਹਿੰਦੇ ਆ। ਭਾਵ ਕਿਸੇ ਚੀਜ਼ ਨੂੰ ਬਣਾਉਣ ਤੋਂ ਪਹਿਲਾਂ ਰੱਖਣਾ ਕਿੱਥੇ ਆ, ਖਾਲੀ ਥਾਂ, ਉਹਨੂੰ ਆਕਾਸ਼ ਕਹਿੰਦੇ ਆ। 5ਵਾਂ ਤੱਤ ਜਿਹੜਾ ਉਹ ਆਕਾਸ਼ ਹੈ। ਇਹਨਾਂ 5 ਤੱਤਾਂ ਦੇ ਅੰਗ, ਪਾਣੀ ਦਾ ਅੰਗ ਰਸਨਾ ਜੀਭ ਹੈ, ਅੱਗ ਦਾ ਅੰਗ ਅੱਖਾਂ ਸਾਡੀਆਂ, ਮਿੱਟੀ ਦਾ ਅੰਗ ਸਾਡੀ ਨਾਸਿਕਾ ਹੈ, ਤੇ ਆਕਾਸ਼ ਦਾ ਅੰਗ ਸਾਡੇ ਕੰਨ ਹੈ। ਜਿਵੇਂ ਮੈਂ ਇੱਥੋਂ ਬੋਲਦਾ, ਇਸ ਆਕਾਸ਼ ਦੇ ਰਾਹੀਂ ਤੁਹਾਡੇ ਕੰਨਾਂ ਤੱਕ ਆਵਾਜ਼ ਪਹੁੰਚਦੀ ਆ, ਇਹਨੂੰ ਆਕਾਸ਼ ਕਹਿੰਦੇ ਆ। ਉਹਨਾਂ 5 ਤੱਤਾਂ ਤੋਂ ਅੱਗੇ ਫਿਰ 25 ਪ੍ਰਕਿਰਤੀਆਂ ਤਿਆਰ ਕੀਤੀਆਂ ਪਰਮੇਸ਼ਰ ਨੇ। ਅੰਗਾਂ ਪ੍ਰਤੀ ਅੰਗਾਂ ਦੀ ਬਣਤਰ ਬਣਾਉਣੀ ਸ਼ੁਰੂ ਕੀਤੀ ਮਾਂ ਦੇ ਉਦਰ ਵਿੱਚ। ਇਹ ਰਚਨਾ ਨੂੰ ਹਾਲੇ ਤੱਕ ਸੈਂਸ ਸਮਝ ਨਹੀਂ ਸਕੇ ਕਿਵੇਂ ਚੱਲਦਾ ਕੰਮ ਹੈ। ਜਿਹੜਾ ਗੁਰੂ ਪਿਆਰਿਓ ਮੂਲ ਹੈ, ਉਹ ਪਰਮੇਸ਼ਰ ਤੋਂ ਹੀ ਲੈਂਦੇ ਆ। ਭਾਵੇਂ ਕਿ ਟਿਊਬ ਦੇ ਵਿੱਚ ਬੱਚੇ ਨੂੰ ਤਿਆਰ ਕਰਨਾ ਸ਼ੁਰੂ ਕਰ ਦਿੱਤਾ, ਕਿਸੇ ਮਾਂ ਦੇ ਅੰਦਰ ਸਮਰੱਥਾ ਨਹੀਂ ਹੈ ਬੱਚੇ ਨੂੰ ਬਣਾਉਣ ਦੀ, ਬੱਚੇ ਨੂੰ ਤਿਆਰ ਕਰਨ ਦੀ, ਬੱਚੇ ਨੂੰ ਜਨਮ ਦੇਣ ਦੀ, ਤਾਂ ਡਾਕਟਰਾਂ ਨੇ ਟਿਊਬ ਬੇਬੀ, ਟਿਊਬ ਦੇ ਵਿੱਚ ਬੱਚਾ, ਭਾਵ ਮਾਂ ਤੇ ਪਿਓ ਦੇ ਕੋਲੋਂ ਉਹ ਦੋਨੇ ਚੀਜ਼ਾਂ ਲੈਣੀਆਂ ਪੈਣਗੀਆਂ। ਮਾਂ ਕੀ ਰਕਤ ਪਿਤਾ ਬਿੰਦ ਧਾਰਾ, ਇਹ ਦੋਨੇ ਬੂੰਦਾਂ ਲੈ ਕੇ ਮਾਂ ਦੇ ਕੋਲੋਂ, ਪਿਓ ਦੇ ਕੋਲੋਂ ਉਹਨਾਂ ਨੂੰ ਇੱਕ ਟਿਊਬ ਦੇ ਵਿੱਚ ਪਾ ਤਾ। ਉੱਥੇ ਉਹਨਾਂ ਦਾ ਮਿਲਾਪ ਕਰਾਇਆ, ਤੇ ਉੱਥੋਂ ਬੱਚਾ ਤਿਆਰ ਹੋ ਗਿਆ, ਭਰੂਣ ਤਿਆਰ ਹੋ ਗਿਆ। ਉਸ ਭਰੂਣ ਨੂੰ ਫਿਰ ਮਾਂ ਦੇ ਉਧਰ ਵਿੱਚ ਰੱਖ ਕੇ ਉਸ ਨੂੰ ਫਿਰ 9 ਮਹੀਨੇ ਉਹਨੂੰ ਉੱਥੇ ਹੀ ਟਾਈਮ ਤੱਕ, ਕਿਉਂਕਿ ਉਦੋਂ ਅਗਲੀ ਰਚਨਾ ਜਿਹੜੀ ਉਹ ਪਰਮੇਸ਼ਰ ਹੀ ਜਾਣਦਾ ਕਿਵੇਂ ਕਰਨੀ ਆ। ਉਹਨੂੰ ਕਹਿੰਦੇ ਆ ਟਿਊਬ ਬੇਬੀ। ਪਰ ਮੂਲ ਤਾਂ ਫਿਰ ਉੱਥੋਂ ਕੁਦਰਤ ਤੋਂ ਹੀ ਲੈਣਾ ਪਿਆ ਨਾ, ਮਾਂ ਪਿਓ ਤੋਂ ਲੈਣਾ ਪਿਆ। ਇਸ ਕਰਕੇ ਪਾਤਸ਼ਾਹ ਕਹਿੰਦੇ ਭਲਿਓ ਦੇਖੋ ਪਰਮੇਸ਼ਰ ਕੈਸਾ ਹੈ। 5 ਤੱਤਾਂ ਤੋਂ 25 ਪ੍ਰਕਿਰਤੀਆਂ ਤਿਆਰ ਕੀਤੀਆਂ, ਅੰਗ ਪ੍ਰਤੀ ਅੰਗ। ਅੱਖੀਂ ਦੇਖੈ ਜਿਹਵਾ ਬੋਲੇ, ਪਰਮੇਸ਼ਰ ਦਿੱਤੀਆਂ ਦਾਤਾਂ ਵਿੱਚੋਂ ਅੱਖਾਂ ਨੇਤਰਾਂ ਨਾਲ ਜੀਵ ਦੇਖਦਾ ਹੈ, ਰਸਨਾ ਨਾਲ ਬੋਲਦਾ ਹੈ, ਤੇ ਕੰਨਾਂ ਦੇ ਵਿੱਚ ਆਵਾਜ਼ ਹੈ, ਕੰਨੀ ਸੁਣਦਾ ਹੈ, ਕੰਨਾਂ ਦੇ ਨਾਲ ਸੁਣਦਾ ਹੈ। ਪੈਰੀ ਚੱਲੇ, ਸਫ਼ਰ ਤੈਅ ਕਰਦਾ ਪੈਰਾਂ ਦੇ ਨਾਲ। ਹੱਥੀਂ ਕਰਨਾ, ਤੇ ਹੱਥਾਂ ਦੇ ਨਾਲ ਸਾਰੇ ਕੰਮ ਕਰਦਾ ਹੈ, ਕਾਰਜ ਕਰਦਾ ਹੈ। ਕੰਨੀ ਸੁਰਤ ਸਮਾਏ, ਪੈਰੀ ਚੱਲੇ, ਹੱਥੀਂ ਕਰਨਾ, ਦਿੱਤਾ ਪਹਿਨੈ ਖਾਏ। ਤੇ ਅੱਗੇ ਫਿਰ ਪਰਮੇਸ਼ਰ ਨੇ ਇਹ ਸਰੀਰ ਨੂੰ ਜਿਉਂਦਾ ਰੱਖਣ ਵਾਸਤੇ 36 ਪ੍ਰਕਾਰ ਦੇ ਭੋਜਨ ਤਿਆਰ ਕੀਤੇ ਕੁਦਰਤ ਵਿੱਚ। ਦਿੱਤੇ ਹੋਏ ਪਰਮੇਸ਼ਰ ਦੇ ਜਿਹੜੇ ਭੋਜਨ ਹਨ ਉਹਨਾਂ ਨੂੰ ਖਾਂਦਾ ਹੈ, ਪਹਿਨਦਾ ਹੈ।
ਸ਼ੁਰੂਆਤ ਵਿੱਚ ਜੰਗਲ ਦੇ ਵਿੱਚ ਲੋਕ ਜਦ ਰਹਿੰਦੇ ਸਨ, ਪਹਿਲਾਂ ਤਾਂ ਪਤਾ ਹੀ ਨਹੀਂ ਸੀਗਾ ਇਹਨਾਂ ਚੀਜ਼ਾਂ ਦਾ। ਜੋ ਥੋੜ੍ਹਾ ਜਿਹਾ ਪਤਾ ਲੱਗਿਆ ਤੇ ਸਰੀਰ ਨੂੰ ਪੱਤਿਆਂ ਨਾਲ ਢੱਕਣ ਲੱਗੇ, ਸਰੀਰ 'ਤੇ ਪੱਤੇ ਬੰਨ੍ਹਣ ਲੱਗੇ ਗਰਮੀ ਸਰਦੀ ਤੋਂ ਬਚਣ ਦੇ ਲਈ ਦਰਖਤਾਂ ਦੇ। ਹੌਲੀ ਹੌਲੀ ਤਰੱਕੀ ਕਰਦੀ ਰਹੀ ਸਾਇੰਸ, ਅਤੇ ਅੱਜ ਆਪਾਂ ਵਸਤਰ ਤਿਆਰ ਕਰ ਲਏ, ਕੱਪੜੇ ਤਿਆਰ ਕਰ ਲਏ। ਇਹ ਵੀ ਉਹਨਾਂ ਦਰਖਤਾਂ ਤੋਂ, ਪੌਦਿਆਂ ਤੋਂ ਹੀ ਤਿਆਰ ਹੋਏ ਆ। ਰੂੰ ਜਿਹੜੀ ਹੈ ਕਪਾਹ ਤੋਂ ਤਿਆਰ ਹੋਈ ਆ, ਉਦੋਂ ਧਾਗਾ ਬਣਿਆ, ਫਿਰ ਕੱਪੜਾ ਬਣਾ ਲਿਆ ਆਪਾਂ। ਪਰ ਉਸ ਕਪਾਹ ਨੂੰ ਪਰਮੇਸ਼ਰ ਹੀ ਤਿਆਰ ਕਰਦਾ, ਕਿਵੇਂ ਕਰਨਾ ਇਹਦੇ ਬਾਰੇ ਆਪਾਂ ਨੂੰ ਕੋਈ ਪਤਾ ਨਹੀਂ। ਆਪਾਂ ਤਾਂ ਬੜੇਵਾਂ ਬੀਜਦੇ ਨੇ। ਕਪਾਹ ਕਿੱਥੋਂ ਆਉਂਦੀ ਹੈ ਇਹ ਉਹਨੂੰ ਪਤਾ। ਦਿੱਤਾ ਪਹਿਨਾ ਖਾਏ ਉਹ ਭਲਿਓ। ਜਿਸ ਪਰਮੇਸ਼ਰ ਨੇ ਸਾਨੂੰ ਸੁੰਦਰ ਸਰੀਰ ਦਿੱਤਾ, ਸੁੰਦਰ ਅੰਗ ਦਿੱਤੇ, ਫਿਰ ਉਸ ਨੇ ਤੇਰਾ ਖਾਣ ਪੀਣ ਦਾ ਇੰਤਜ਼ਾਮ ਕੀਤਾ, 36 ਪ੍ਰਕਾਰ ਦੇ ਭੋਜਨ ਤਿਆਰ ਕਰ ਦਿੱਤੇ। ਦਿੱਤਾ ਪਹਿਨੈ ਖਾਏ ਜਿਨ ਰਚ ਰਚਿਆ ਤਿਸੈ ਨ ਜਾਣੈ। ਤੇ ਜਿਸ ਪਰਮੇਸ਼ਰ ਨੇ ਇਸ ਦੀ ਰਚਨਾ ਕੀਤੀ ਉਸ ਨੂੰ ਭੁੱਲ ਹੀ ਗਿਆ, ਉਸ ਨੂੰ ਯਾਦ ਨਹੀਂ ਕਰਦਾ। ਜਿਨ ਰਚ ਰਚਿਆ ਤਿਸੈ ਨ ਜਾਣੈ, ਅੰਧਾ ਅੰਧ ਕਮਾਏ। ਤੇ ਇਸ ਕਰਕੇ ਮੈਂ ਤੈਨੂੰ ਅੰਨਾ ਕਹਾਂਗਾ। ਅੰਨਾ ਭਾਵ ਅਗਿਆਨਤਾ। ਅੰਧੇ ਇਹ ਨਾ ਆਖੀਐ ਜਿਨ ਮੁਖ ਲੋਇਨ ਨਾਹੇ, ਅੰਧੇ ਸੇਈ ਨਾਨਕਾ ਜੇ ਖਸਮੋ ਭੁੱਥੇ ਜਾਹੇ। ਅੰਨੇ ਉਹ ਆ ਜਿਹੜਾ ਮਾਲਕ ਦੇ ਕੋਲੋਂ ਵਿਛੜੇ ਹੀ ਮਰ ਜਾਂਦੇ ਆ, ਉਹ ਅੰਨੇ। ਮੈਂ ਉਹਨਾਂ ਨੂੰ ਅੰਨੇ ਕਹਿਣਾ, ਮੈਂ ਅੱਖਾਂ ਕਰਕੇ ਅੰਨੇ ਨਹੀਂ ਕਹਿੰਦਾ। ਜੇ ਅੱਖਾਂ ਕਰਕੇ ਅੰਨੇ ਹੁੰਦੇ ਤਾਂ ਫਿਰ ਸੂਰਮੇ ਸਿੰਘ ਕੀਰਤਨ ਨਾ ਕਰ ਸਕਦੇ। ਉਹਨਾਂ ਦੇ ਅੰਦਰ ਵੀ ਕੋਈ ਸੋਝੀ ਹੈ, ਸੁਰਤ ਹੈ, ਜਿਹੜੀ ਕਿ ਉਹਨਾਂ ਦੇ ਮੂੰਹ ਜ਼ਬਾਨੀ ਬਾਣੀ ਯਾਦ ਹੋਈ ਅਤੇ ਉਹ ਕੀਰਤਨ ਕਰਦੇ ਆ ਸੂਰਮੇ ਸਿੰਘ। ਪਰ ਬਾਣੀ ਨੇ ਅੰਨੇ ਉਹਨਾਂ ਨੂੰ ਕਿਹਾ ਜਿਨ੍ਹਾਂ ਨੇ ਉਸ ਅਗਿਆਨਤਾ ਨੂੰ ਪ੍ਰਾਪਤ ਕਰ ਲਿਆ, ਗਿਆਨ ਪ੍ਰਾਪਤ ਨਹੀਂ ਕੀਤਾ। ਅਗਿਆਨਤਾ ਕਰਕੇ ਅੰਨੇ, ਮਨ ਦੀਆਂ ਅੱਖਾਂ ਨਾ ਹੋਣ ਕਰਕੇ ਅੰਨੇ ਹਨ। ਔਰ ਅਗਿਆਨਤਾ ਦੇ ਵਿੱਚ ਅਗਿਆਨਤਾ ਵਾਲੇ ਹੀ ਕੰਮ ਕਰਦਾ ਫਿਰਦਾ। ਜਿਵੇਂ ਕਿਸੇ ਮਨੁੱਖ ਦਾ ਤੁਰੇ ਜਾਂਦੇ ਟੋਹੇ ਖੱਡੇ ਚਿੱਕੜ 'ਚ ਪੈਰ ਵੱਜੇ ਅਤੇ ਨਾਲ ਲਗਵਾ ਕਹਿੰਦਾ ਵੇਖ ਕੇ ਚੱਲ, ਭਾਵ ਅੱਖਾਂ ਤੋਂ ਕੰਮ ਲੈ। ਚਲੋ ਅੰਨੇ ਨੂੰ ਤਾਂ ਅਸੀਂ ਕਹਿ ਦਈਏ ਉਹਨੂੰ ਦਿਸਦਾ ਨਹੀਂ, ਪਰ ਨਾ ਦਿਸਣ ਵਾਲੇ ਬੰਦਿਆਂ ਦਾ ਪੈਰ ਵੱਜੇ ਅਤੇ ਫਿਰ ਉਹਨਾਂ ਨੂੰ ਵੀ ਕਿਹਾ ਜਾਂਦਾ ਦੇਖ ਕੇ ਚੱਲ ਅੰਨਾ ਹੈ। ਅੰਨਾ ਤਾਂ ਉਹ ਨਹੀਂ, ਪਰ ਅਗਿਆਨਤਾ ਕਰਕੇ ਅੰਨਾ ਹੈ। ਉਹਨੇ ਟੋਹੇ ਚਿੱਕੜ ਦਾ ਖਿਆਲ ਨਹੀਂ ਕੀਤਾ, ਚੰਗੇ ਮਾੜੇ ਦਾ ਖਿਆਲ ਨਹੀਂ ਕੀਤਾ। ਇਸ ਕਰਕੇ ਇੱਥੇ ਬਾਬਾ ਜੀ ਕਹਿੰਦੇ ਅੰਧਾ ਅੰਧ ਕਮਾਏ, ਅਗਿਆਨਤਾ ਦੇ ਵਿੱਚ ਫਸਿਆ ਹੋਇਆ, ਅਗਿਆਨਤਾ ਦੇ ਵਿੱਚ ਵਸਿਆ ਹੋਇਆ, ਅਗਿਆਨਤਾ ਵਾਲੇ ਕੰਮ ਹੀ ਕਰਦਾ ਫਿਰਦਾ, ਵਿਸ਼ੇ ਵਿਕਾਰਾਂ ਰੂਪੀ ਚਿੱਕੜ ਵਿੱਚ ਖੁੱਭ ਗਿਆ। ਇਸ ਮਨ ਸੰਕਲਪ ਵਿਕਲਪ ਰੂਪੀ ਪੈਰਾਂ ਨੂੰ ਫਸਾਉਣ ਵਿੱਚ ਇਹ ਅੰਧੇ ਕੰਮ ਕਰਦਾ ਹੈ, ਉਸ ਪਰਮੇਸ਼ਰ ਨੂੰ ਯਾਦ ਨਹੀਂ ਕਰਦਾ। ਇਸ ਕਰਕੇ ਇੱਥੇ ਸਤਿਗੁਰ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ, ਜਿਨ ਰਚ ਰਚਿਆ ਤਿਸੇ ਨ ਜਾਣੈ, ਅੰਧਾ ਅੰਧ ਕਮਾਏ, ਜਾਂ ਭੱਜੈ ਤਾਂ ਠੀਕਰ ਹੋਵੇ। ਅਤੇ ਜਦੋਂ ਇਹ ਸਰੀਰ ਰੂਪੀ ਤੌੜਾ ਫੁੱਟ ਜਾਂਦਾ ਅਤੇ ਉਹਨੂੰ ਅਸੀਂ ਤੌੜਾ ਨਹੀਂ ਕਹਿੰਦੇ, ਠੀਕਰੀਆਂ ਕਹਿੰਦੇ ਆ। ਸਾਡਾ ਸਰੀਰ ਵੀ ਘੜੇ ਦੀ ਨਿਆਈ ਘੜਿਆ ਗਿਆ। ਘੜੇ ਦਾ ਮਤਲਬ ਹੀ ਹੈ ਘੜਨਾ। ਘੜੇ ਦਾ ਮਤਲਬ ਤੌੜਾ ਨਹੀਂ ਹੈ ਸਿਰਫ, ਘੜੇ ਦਾ ਮਤਲਬ ਘੜਨਾ। ਤਾਂ ਜਿਹੜਾ ਅਕਾਲ ਪੁਰਖ ਨੇ ਸੁੰਦਰ ਸਰੀਰ ਘੜ ਕੇ ਦਿੱਤਾ ਸਾਨੂੰ ਮਾਤਾ ਪਿਤਾ ਦੇ ਰਾਹੀਂ, ਅਤੇ ਇੱਕ ਦਿਨ ਇਸ ਨੇ ਫੁੱਟਣਾ ਵੀ ਹੈ। ਨੌਵੇਂ ਪਾਤਸ਼ਾਹ ਜੀ ਵੀ ਯਾਦ ਕਰਾਉਂਦੇ ਆ, ਚੇਤਨ ਹੈ ਤੋ ਚੇਤ ਲੈ ਨਿਸ ਦਿਨ ਮੈਂ ਪ੍ਰਾਣੀ, ਛਿਨ ਛਿਨ ਔਧ ਬਿਹਾਤ ਹੈ ਫੂਟੇ ਘਟ ਜੋ ਪਾਣੀ। ਜਿਵੇਂ ਤਿਲਕੇ ਹੋਏ ਘੜੇ 'ਚੋਂ ਪਾਣੀ ਨਿਕਲ ਜਾਂਦਾ, ਸਿਮ ਸਿਮ ਕੇ ਮੁੱਕ ਜਾਂਦਾ, ਇਸੇ ਤਰ੍ਹਾਂ ਹੀ ਸਾਡੇ ਸਰੀਰ ਵਿੱਚੋਂ ਸਵਾਸ ਨਿਕਲ ਰਹੇ ਨੇ ਅਤੇ ਇੱਕ ਦਿਨ ਇਹ ਵੀ ਮੁੱਕ ਜਾਣੇ ਆ।
ਜਦੋਂ ਸਵਾਸ ਮੁੱਕ ਗਏ ਤੇ ਫਿਰ ਇਹ ਸਮਝੋ ਸਾਡਾ ਘੜਾ ਰੂਪੀ ਸਰੀਰ ਆ ਜਿਹੜਾ ਇਹ ਫੁੱਟ ਗਿਆ, ਖਾਲੀ ਹੋ ਗਿਆ। ਤੇ ਫਿਰ ਕੋਈ ਇਸ ਨੂੰ ਇਹ ਨਹੀਂ ਕਹਿੰਦਾ ਕਿ ਫਲਾਨਾ ਸਿਉਂ ਬਈ ਲੈ ਚੱਲੋ ਫਲਾਨਾ ਸਿਉਂ ਦਾ ਸੰਸਕਾਰ ਕਰ ਦਈਏ। ਅਸੀਂ ਐਂ ਤਾਂ ਨਹੀਂ ਕਹਿੰਦੇ, ਅਸੀਂ ਕਹਿੰਦੇ ਹਾਂ ਜਦੋਂ ਚੱਕੋ ਹੁਣ ਮਿੱਟੀ ਕਿਉਂ ਰੱਖੀ ਆ, ਕਹੋ ਸਤਨਾਮ ਸੀ, ਜਿਹੜਾ ਫਲਾਨਾ ਸਿਉਂ ਸੀ ਉਹ ਨਿਕਲ ਗਿਆ ਵਿੱਚੋਂ, ਉਹ ਤਾਂ ਵਿੱਚ ਹੈ ਹੀ ਨਹੀਂ। ਹੁਣ ਤਾਂ ਇਹ ਘੜਾ ਰਹਿ ਗਿਆ ਖਾਲੀ, ਉਹ ਵੀ ਟੁੱਟਿਆ ਹੋਇਆ, ਕਿਸੇ ਕੰਮ ਦਾ ਨਹੀਂ। ਚਲੋ ਹੁਣ ਇਸ ਮਿੱਟੀ ਨੂੰ ਲੈ ਚੱਲੀਏ ਭਾਈ, ਸੰਸਕਾਰ ਕਰ ਦਈਏ, ਮਿੱਟੀ ਨੂੰ ਮਿੱਟੀ ਵਿੱਚ ਮਿਲਾ ਦਈਏ। ਤਾਂ ਇਸ ਤਰ੍ਹਾਂ ਫਿਰ ਲੋਕ ਉਸ ਮਿੱਟੀ ਨੂੰ ਮਿੱਟੀ ਵਿੱਚ ਮਿਲਾਉਂਦੇ, ਕੋਈ ਫੁੱਟੇ ਹੋਏ ਘੜੇ ਦੀਆਂ ਠੀਕਰੀਆਂ ਨੂੰ ਗਲੀ ਵਿੱਚ ਸਿੱਟ ਦਿੰਦਾ, ਬਾਹਰ ਰੂੜੀ 'ਤੇ ਸਿੱਟੇ ਆਉਂਦਾ, ਕਿਉਂਕਿ ਠੀਕਰੀਆਂ ਵਿੱਚ ਪਾਣੀ ਨਹੀਂ ਖੜ ਸਕਦਾ। ਹੁਣ ਘੜੇ ਵਿੱਚ ਹੀ ਪਾਣੀ ਖੜਦਾ ਸੀ, ਉਹ ਘੜਾ ਵੀ ਫੁੱਟ ਗਿਆ, ਠੀਕਰੀਆਂ ਬਣ ਗਿਆ। ਜਾਂ ਭੱਜੈ ਤਾਂ ਠੀਕਰ ਹੋਵੇ, ਘਾਟ ਘੜੀ ਨਾ ਜਾਏ। ਤੇ ਇੱਕ ਵਾਰੀ ਇਹ ਸਰੀਰ ਫੁੱਟ ਗਿਆ, ਦੁਬਾਰੇ ਇਹੋ ਜਿਹਾ ਨਹੀਂ ਬਣਦਾ, ਕੋਈ ਸਤਨਾਮ ਸਰੀਰ ਫਿਰ ਨਹੀਂ ਬਣਦਾ। ਜਦੋਂ ਇਹ ਠੀਕਰੀਆਂ ਬਣ ਗਈਆਂ, ਫਿਰ ਠੀਕਰੀਆਂ ਜੋੜ ਕੇ ਪਾਣੀ ਨਹੀਂ ਪੈਣਾ ਉਹਦੇ 'ਚ। ਇਸੇ ਤਰ੍ਹਾਂ ਮਨੁੱਖ ਜਾਮਾ ਜਿਹੜਾ ਮਾਤਾ ਦੇ ਉਦਰ ਰਾਹੀਂ ਪਰਮੇਸ਼ਰ ਨੇ ਸਾਨੂੰ ਬਣਾ ਕੇ ਦਿੱਤਾ, 5 ਤੱਤ, 25 ਪ੍ਰਕਿਰਤੀਆਂ, 5 ਕਰਮ ਇੰਦਰੇ, 5 ਗਿਆਨ ਇੰਦਰੇ, ਇਹ 40 ਪੁਆਇੰਟਾਂ ਨੂੰ ਜੋੜ ਕੇ ਇੱਕ ਸਰੀਰ ਤਿਆਰ ਕੀਤਾ, ਜਿਹਨੂੰ ਅਸੀਂ ਮਨ ਕਹਿ ਦਿੰਦੇ ਹਾਂ। ਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਜਦੋਂ ਇਹ ਫੁੱਟ ਗਿਆ ਭਲਿਆ, ਫਿਰ ਇਹ ਲੋਟ ਨਹੀਂ ਆਉਣਾ। ਵਿਗਿਆਨੀਆਂ ਨੇ, ਸਾਇੰਸਦਾਨਾਂ ਨੇ ਇੱਕ ਵਾਰੀ ਸਲਾਹ ਕੀਤੀ ਕਿ ਇਸ ਬੰਦੇ ਨੂੰ, ਇਸ ਸਰੀਰ ਨੂੰ ਕਿਵੇਂ ਜਿਉਂਦਾ ਰੱਖਿਆ ਜਾ ਸਕਦਾ। ਬੜੇ ਲੋਕਾਂ ਦੀ ਕੋਸ਼ਿਸ਼ ਹੈ ਵੀ ਮੈਂ ਮਰਾਂ ਨਾ। ਅਫਲਾਤੂ ਵਰਗੇ ਵੀ ਮਰਨ ਤੋਂ ਡਰਦੇ ਸੀ, ਬੜੀਆਂ ਜੁਗਤਾਂ ਬਣਾਉਂਦੇ ਸੀ। ਸਿਕੰਦਰ ਵਰਗੇ ਵੀ, ਅਮੀਰ ਲੋਕ, ਪੈਸੇ ਵਾਲੇ ਤਰ੍ਹਾਂ ਤਰ੍ਹਾਂ ਦੇ ਟੌਨਕ ਦਵਾਈਆਂ ਖਾਂਦੇ ਆ ਵੀ ਸ਼ਾਇਦ ਕਮਜ਼ੋਰੀ ਕਰਕੇ ਬੰਦਾ ਮਰਦਾ, ਚੰਗੇ ਭਲੇ ਵੀ ਮਰੀ ਜਾਂਦੇ ਆ। ਇਸ ਕਰਕੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਇਹ ਜਦ ਫੁੱਟ ਗਿਆ ਫਿਰ ਦੁਬਾਰਾ ਨਹੀਂ ਬਣਨਾ। ਨੌਵੇਂ ਪ੍ਰੀਤਮ ਜੀ ਕਹਿੰਦੇ ਚੇਤਨਾ ਹੈ ਤੋ ਚੇਤ ਲੈ, ਨਿਸ ਦਿਨ ਮੈਂ ਪ੍ਰਾਣੀ, ਛਿਨ ਛਿਨ ਔਦ ਬਿਹਾਤ ਹੈ, ਫੂਟੇ ਘਟ ਜੋ ਪਾਣੀ। ਹਰ ਗੁਣ ਕਾਹੇ ਨਾ ਗਾਵਹੀ, ਮੂਰਖ ਅਗਿਆਨਾ, ਝੂਠੈ ਲਾਲਚ ਲਾਗ ਕੈ, ਨਹਿ ਮਰਨ ਪਛਾਨਾ। ਅਜਹੁ ਕਛ ਬਿਗੜਿਓ ਨਹੀਂ, ਜੋ ਹਰ ਗੁਣ ਗਾਵੈ, ਕਹੋ ਨਾਨਕ ਤੇ ਭਜਨ ਤੇ ਨਿਰਭੈ ਪਦ ਪਾਵੈ। ਅਜੇ ਕੁਛ ਵੀ ਨਹੀਂ ਵਿਗੜਿਆ, ਜੇ ਤੂੰ ਪਰਮੇਸ਼ਰ ਦੇ ਗੁਣ ਗਾਉਣ ਲੱਗ ਜਾਵੇਂ ਤਾਂ ਉਸ ਪਰਮੇਸ਼ਰ ਦੀ ਪ੍ਰਾਪਤੀ ਹੋ ਸਕਦੀ ਹੈ। ਨਿਰਭੈ ਪਦ ਪਰਮਾਤਮਾ ਦੇ ਵਿੱਚ ਮਿਲ ਸਕਦਾ ਹੈ। ਤੋ ਸਾਇੰਸਦਾਨਾਂ ਨੇ, ਬਾਹਰਲੇ ਦੇਸ਼ ਦੇ ਲੋਕਾਂ ਨੇ, ਪੱਛਮੀ ਲੋਕਾਂ ਨੇ, ਅੰਗਰੇਜ਼ਾਂ ਨੇ ਇੱਕ ਵਾਰੀ ਪ੍ਰੈਕਟੀਕਲ ਕੀਤਾ ਕਿ ਪਤਾ ਕਰੀਏ ਬੰਦੇ 'ਚੋਂ ਜਦੋਂ ਮੌਤ ਹੁੰਦੀ ਹੈ 'ਚੋਂ ਨਿਕਲਦਾ ਕੀ ਹੈ, ਅਤੇ ਫਿਰ ਆਪਾਂ ਕੋਸ਼ਿਸ਼ ਕਰਾਂਗੇ ਉਹਨੂੰ ਰੋਕ ਕੇ ਰੱਖਣ ਦੀ, ਉਹ ਨਿਕਲੇ ਨਾ। ਅਤੇ ਉਹਨਾਂ ਨੇ ਕੀ ਕੀਤਾ ਗੁਰੂ ਪਿਆਰਿਓ, ਇੱਕ ਸਾਇੰਸ ਵਾਲਿਆਂ ਨੇ ਸ਼ੀਸ਼ੇ ਦਾ ਕਮਰਾ ਬਣਾਇਆ, ਸ਼ੀਸ਼ੇ ਦਾ ਕੈਬਨ ਤਿਆਰ ਕੀਤਾ, 4 ਚੁਫੇਰਿਓਂ ਬੰਦ ਕਰਕੇ। ਅਤੇ ਬੰਦ ਕਰਨ ਤੋਂ ਪਹਿਲਾਂ ਉਸ ਦੇ ਵਿੱਚ ਇੱਕ ਮਰਨ ਕਿਨਾਰੇ ਪਹੁੰਚਿਆ ਮਨੁੱਖ, ਬੁੱਢਾ, ਉਹਦੇ ਵਿੱਚ ਰੱਖ ਦਿੱਤਾ ਵੀ ਇਹਨੇ ਤਾਂ ਮਰਨਾ ਤਾਂ ਹੈਗਾ ਹੀ, ਆਪਾਂ ਇੱਕ ਤਜਰਬਾ ਕਰ ਲਓ ਇਸ 'ਤੇ ਵੀ ਜਦੋਂ ਇਹ ਮਰੇਗਾ ਤਾਂ ਸਾਨੂੰ ਇਹ ਸ਼ੀਸ਼ੇ ਦੇ ਵਿੱਚੋਂ ਨਿਕਲਦਾ ਹੋਇਆ ਦਿਸੇਗਾ। ਪਰ ਜਿਸ ਵੇਲੇ ਗੁਰੂ ਪਿਆਰੇ ਉਹਨਾਂ ਨੇ ਤਜਰਬਾ ਕੀਤਾ, ਜਦ ਮਰਨ ਵਾਲੇ ਦੇ ਆਖਰੀ ਸਵਾਸ ਨਿਕਲੇ ਤੇ ਸ਼ੀਸ਼ਾ ਤਿੜਕ ਗਿਆ, ਉਹ ਕੈਬਨ ਟੁੱਟਦਾ ਗਿਆ, ਜਿਹੜਾ ਵਿੱਚੋਂ ਨਿਕਲਿਆ ਸੀ ਉਹ ਚਲਾ ਗਿਆ।
ਵਿਚਕਾਲੀ ਸਰੀਰ ਰਹਿ ਗਿਆ, ਪਰ ਇਹ ਨਹੀਂ ਪਤਾ ਲੱਗਿਆ ਕਿਸੇ ਨੂੰ ਨਿਕਲਿਆ ਕੀ ਹੈ। ਕੋ ਸਤਨਾਮ ਸੀ। ਭਗਤ ਜੀ ਕਹਿੰਦੇ ਕਹਾਂ ਤੇ ਆਵੈ ਕਹਾਂ ਇਹ ਜਾਵੈ, ਕਿਸੇ ਨੂੰ ਕੋਈ ਸਮਝ ਨਹੀਂ ਪਤਾ ਲੱਗੀ ਕਿੱਥੋਂ ਆਉਂਦਾ, ਕਿੱਥੇ ਜਾਂਦਾ, ਕਿਵੇਂ ਜਾਂਦਾ, ਕਿਵੇਂ ਪ੍ਰਵੇਸ਼ ਕਰਦਾ ਮਾਂ ਦੇ ਉਦਰ ਵਿੱਚ ਇਹ ਜੀਵਾਤਮਾ, ਇਹਨਾਂ ਦੀ ਸਮਝ ਨਹੀਂ ਆਈ ਹਜੇ ਤੱਕ। ਇਸ ਕਰਕੇ ਉਹ ਮਨੁੱਖ ਜਿਹੜੇ ਸੀਗੇ ਸਾਇੰਸਦਾਨ, ਉਹ ਵੀ ਹਾਰ ਗਏ ਇਸ ਗੱਲ ਤੋਂ, ਸਮਝ ਨਹੀਂ ਸਕੇ ਵੀ ਇਹਦੇ ਵਿੱਚੋਂ ਨਿਕਲਿਆ ਕੀ ਹੈ, ਕੌਣ ਨਿਕਲਿਆ, ਕਿੱਧਰ ਨੂੰ ਗਿਆ। ਜਾਂ ਭੱਜੇ ਤਾਂ ਠੀਕਰ ਹੋਵੇ, ਘਾਟ ਘੜੀ ਨਾ ਜਾਏ ਨਾਨਕ। ਧੰਨ ਗੁਰੂ ਨਾਨਕ ਦੇਵ ਜੀ ਆਪਣੇ ਆਪ ਨੂੰ ਸੰਬੋਧਨ ਕਰਕੇ ਤੇ ਸਾਨੂੰ ਦੱਸਦੇ ਆ, ਨਾਨਕ ਹੇ ਨਾਨਕ ਗੁਰ ਬਿਨ ਨਾਹੀਂ ਪਟ, ਗੁਰੂ ਤੋਂ ਬਗੈਰ ਇੱਜ਼ਤ ਨਹੀਂ ਹੈ। ਉਸ ਪਰਮਾਤਮਾ ਦੇ ਪਰਮੇਸ਼ਰ ਦੇ ਦਰਗਾਹ ਦੇ ਵਿੱਚ ਗੁਰੂ ਤੋਂ ਬਗੈਰ ਇਹ ਜੀਵ ਦਾ ਕੋਈ ਆਉਣਾ ਚੰਗਾ ਨਹੀਂ ਹੈ। ਮਨੁੱਖ ਬਣ ਗਿਆ, ਪਰ ਮਨੁੱਖ ਬਣ ਕੇ ਜੇ ਗੁਰੂ ਵਾਲਾ ਨਹੀਂ ਬਣਿਆ ਤੇ ਫਿਰ ਇਹਦਾ ਜਿਹੋ ਜਿਹਾ ਆਇਆ ਜਿਹੋ ਜਿਹਾ ਨਾ ਆਇਆ। ਜੇ ਬੰਦਿਆਂ ਵਾਲੇ ਕੰਮ ਹੀ ਨਹੀਂ ਕਰਨੇ ਤੇ ਫਿਰ ਇਹ ਪਸ਼ੂਆਂ ਦੀ ਕੈਟਾਗਰੀ ਵਿੱਚ ਹੀ ਗਿਣਿਆ ਜਾਂਦਾ। ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਪਚਾਰ ਕਰੇ ਦਿਨ ਰਾਤ। ਇਹ ਪਸ਼ੂਆਂ ਵਾਲੇ ਕੰਮ ਹੀ ਕਰਨੇ ਆ ਮਨੁੱਖ ਬਣ ਕੇ, ਤੇ ਫਿਰ ਉਹਨੂੰ ਮਨੁੱਖ ਨਾ ਕਹੋ, ਉਹਨੂੰ ਪਸ਼ੂ ਸਮਝੋ। ਭਗਤ ਰਵਿਦਾਸ ਜੀ ਕਹਿੰਦੇ ਕਿ ਮਨੁੱਖ ਦੇ ਤਾਂ ਸਰੀਰ ਦੇ ਹੱਡ ਮਾਸ ਚਮੜਾ ਕੁਛ ਵੀ ਕੰਮ ਨਹੀਂ ਆਉਂਦਾ। ਪਸ਼ੂ ਮਰੈ ਦਸ ਕਾਜ ਸਵਾਰੈ। ਜੇ ਪਸ਼ੂ ਮਰਦਾ ਤੇ ਉਹ ਫਿਰ ਵੀ ਉਹਦੇ ਸਰੀਰ ਦੇ ਅੰਗ ਕੰਮ ਆ ਜਾਂਦੇ ਆ, ਚਮੜਾ ਵੀ ਕੰਮ ਆ ਜਾਂਦਾ ਹੈ, ਉਹਦੇ ਹੱਡ ਵੀ ਕੰਮ ਆ ਜਾਂਦੇ ਆ, ਰੇਹਾਂ ਸਪਰੇਹਾਂ ਬਣ ਜਾਂਦੀਆਂ। ਪਸ਼ੂ ਮਰੇ ਦਸ ਕਾਜ ਸਵਾਰੈ, ਆਪਣੇ ਕਰਮ ਕੀ ਗਤ ਮੈਂ ਕਿਆ ਜਾਨੋ, ਮੈਂ ਕਿਆ ਜਾਨੋ ਬਾਬਾ ਰੇ। ਕੇ ਜਰੇ ਜੈਸੇ ਘਾਸ ਕਾ ਪੂਲਾ, ਹਾੜ ਜਰੇ ਜੈਸੇ ਲੱਕੜੀ ਕਾ ਤੂਲਾ। ਜਿਵੇਂ ਲੱਕੜਾਂ ਦੀ ਪੰਡ ਮਚਾ ਦਈਏ, ਹੱਡ ਆਏ ਮੱਚ ਜਾਣਗੇ, ਕੇਸ ਘਾੜੀ ਨਾ ਹੀ ਮੱਚ ਜਾਣਗੇ। ਤਾਂ ਤੇ ਭਈ ਪ੍ਰਾਪਤ ਮਨੁੱਖ ਦੇ ਹੁਰੀਆ, ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ। ਇਹ ਮਨੁੱਖ ਜਾਮਾ ਪਰਮੇਸ਼ਰ ਨੂੰ ਪ੍ਰਾਪਤ ਕਰਨ ਵਾਸਤੇ ਮਿਲਿਆ, ਇਸ ਕਰਕੇ ਕੰਮ ਜ਼ਰੂਰ ਕਰ ਲੈ। ਜਾਂ ਭੱਜੇ ਤਾਂ ਠੀਕਰ ਹੋਵੇ, ਤੇ ਜੇ ਫੁੱਟ ਗਿਆ ਫਿਰ ਇਹ ਤੋਂ ਕੰਮ ਨਹੀਂ ਲਿਆ ਜਾਣਾ। ਜਿੰਨਾ ਚਿਰ ਸਵਾਸ ਬਾਕੀ ਆ ਉਹਨਾਂ ਚਿਰ ਹੀ ਕੰਮ ਕਰ ਲਾ। ਜਦੋਂ ਸਮਝ ਆ ਜੀ ਉਦੋਂ ਸ਼ੁਰੂ ਕਰ ਦੇਵੇ। ਜਿਵੇਂ ਨੰਦ ਲਾਲ ਜੀ ਨੂੰ ਸਮਝ ਆਈ ਜਦੋਂ ਭਰ ਜਵਾਨੀ ਦੇ ਬਾਅਦ ਬਹਾਦਰ ਸ਼ਾਹ ਦੀ ਨੌਕਰੀ ਛੱਡ ਕੇ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਰਨ ਵਿੱਚ ਆਇਆ, ਤੇ ਧੰਨ ਗੁਰੂ ਗੋਬਿੰਦ ਸਿੰਘ ਜੀ ਦੀ ਸੰਗਤ ਕਰਕੇ ਇਹਨੂੰ ਸੋਝੀ ਆਈ, ਇਹਨੂੰ ਗਿਆਨ ਹੋਇਆ, ਤਾਂ ਇਸ ਨੇ ਆਪਣੀ ਜ਼ਿੰਦਗੀ ਦੇ ਪਿਛਲੇ 25 30 35 ਸਾਲਾਂ ਦੇ ਨਿਗਾਹ ਮਾਰੀ ਵੀ ਉਹ ਐਵੇਂ ਖਰਾਬ ਕਰਤੇ, ਯਾਰ ਮੈਂ ਬਚਪਨ ਵਿੱਚ ਕਿਉਂ ਨਾ ਆ ਗਿਆ। ਕੋਈ ਸਤਨਾਮ ਸੀ। ਜਿਹੜੇ ਮੇਰੇ ਬਹਾਦਰ ਸ਼ਾਹ ਦੀ ਨੌਕਰੀ ਕਰਦਿਆਂ ਟਾਈਮ ਲੱਗ ਗਿਆ, ਉਹ ਬਰਬਾਦ ਹੀ ਹੋ ਗਿਆ। ਤੇ ਭਾਈ ਨੰਦ ਲਾਲ ਜੀ ਨੇ ਕਦੇ ਕਦੇ ਗੁਰੂ ਸਾਹਿਬ ਨੂੰ ਕਹਿਣਾ, ਮਹਾਰਾਜ ਬਹੁਤ ਮਾੜੀ ਗੱਲ ਹੋਈ। ਕਿਉਂ, ਕੀ ਹੋ ਗਿਆ? ਮਹਾਰਾਜ ਮੈਂ ਬਚਪਨ ਵਿੱਚ ਕਿਉਂ ਨਾ ਤੁਹਾਡੇ ਕੋਲੇ ਆ ਗਿਆ। ਅਖੀਰ ਤੇ ਆਇਆ ਜਦੋਂ ਮੇਰਾ ਅੱਧੀ ਜ਼ਿੰਦਗੀ ਬਤੀਤ ਹੋ ਗਈ, ਤੇ ਧੰਨ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਕੋਈ ਗੱਲ ਨਹੀਂ, ਹਜੇ ਵੀ ਚੰਗਾ ਹੋਇਆ ਤੂੰ ਆ ਗਿਆ। ਆਗੇ ਸਮਝ ਚਲੋ ਨੰਦ ਲਾਲਾ, ਪਾਛੈ ਜੋ ਬੀਤੀ ਸੋ ਬੀਤੀ। ਉਹ ਕਹਿੰਦਾ ਜੀ ਮੈਂ ਇੰਨੇ ਸਾਲ ਭਗਤੀ ਤੋਂ ਬਿਨਾਂ ਹੀ ਟਪਾ ਦਿੱਤੇ। ਪਾਤਸ਼ਾਹ ਕਹਿੰਦੇ ਕੋਈ ਗੱਲ ਨਹੀਂ, ਚਲੋ ਹੁਣ ਆ ਗਿਆ, ਹੁਣ ਨਾ ਖਰਾਬ ਕਰੀ। ਜਦੋਂ ਸਮਝ ਆ ਜੇ ਉਹਦੀ ਬੰਦਾ ਲੱਗ ਜੇ, ਪਰ ਇੱਥੇ ਸਮਝ ਕੇ ਵੀ ਕੋਈ ਲੱਗਣ ਨੂੰ ਤਿਆਰ ਨਹੀਂ। ਜੇ ਬੱਚੇ ਨੂੰ ਕਹੀਏ ਅੰਮ੍ਰਿਤ ਛਕਣ ਨੂੰ, ਚਲੋ ਬੱਚੇ ਨੂੰ ਤਾਂ ਬੱਚਾ ਕਹਿ ਦੇਵੇ, ਅਗਿਆਨਤਾ ਹੈ। ਜਵਾਨ ਨੂੰ ਕਹੀਏ
ਤਾਂ ਕਹੂਗਾ ਲੈ ਖਾਣ ਪੀਣ ਦਾ ਟਾਈਮ ਆ। ਥੋੜ੍ਹੇ ਵੱਡੇ ਨੂੰ ਕਹੀਏ ਤਾਂ ਉਹ ਵੀ ਤਿਆਰ ਨਹੀਂ ਗਾ, ਅਤੇ ਬਜ਼ੁਰਗ ਨੂੰ ਕਹਿ ਦਈਏ ਉਹ ਕਹੂਗਾ ਗਾਂਹ ਜਾ ਕੇ ਛਕਾਂਗੇ, ਹੁਣ ਤਾਂ ਅੰਮ੍ਰਿਤ ਨੂੰ ਕੀ ਹੈ ਬਾਬਾ, ਹੁਣ ਤਾਂ ਗਾਂਹ ਹੀ ਜਾ ਕੇ ਛਕਾਂਗੇ। ਇੱਥੇ ਹੀ ਗੁਰੂ ਮਿਲਣਾ, ਇਹ ਧਰਤੀ 'ਤੇ ਹੀ ਗੁਰੂ ਮਿਲਣਾ। ਧਰਤੀ ਧਰਮਸ਼ਾਲਾ ਬਣਾਈ ਆ, ਇੱਥੇ ਹੀ ਗੁਰੂ ਵਾਲੇ ਬਣ ਕੇ ਅਸੀਂ ਉਸ ਪਰਮੇਸ਼ਰ ਵਿੱਚ ਮਿਲ ਸਕਦੇ ਹਾਂ। ਤਾਂ ਤੇ ਨਾਨਕ ਗੁਰ ਬਿਨ ਨਾਹੇ ਪਤ, ਜੇ ਇੱਜ਼ਤ ਰੱਖਣੀ ਹੈ ਤੇ ਗੁਰੂ ਵਾਲੇ ਬਣ ਜਾਈਏ, ਤਾਂ ਤੇ ਇੱਜ਼ਤ ਨਾਲ ਆਪਣੇ ਘਰੇ ਜਾਈਏ, ਨਹੀਂ ਤਾਂ ਪਤ ਬਿਨ ਪਾਰ ਨਾ ਪਾਏ। ਗੁਰੂ ਦੀ ਕਿਰਪਾ ਤੋਂ ਬਗੈਰ ਉਸ ਪਰਮੇਸ਼ਰ ਦੇ ਵਿੱਚ ਸਮਾਇਆ ਨਹੀਂ ਜਾ ਸਕਣਾ, ਸੰਸਾਰ ਸਮੁੰਦਰ 'ਚੋਂ ਪਾਰ ਨਹੀਂ ਹੋਇਆ ਜਾ ਸਕਦਾ। ਉਸ ਪਾਰ ਬ੍ਰਹਮ ਨੂੰ ਜੋ ਪਰੇ ਤੋਂ ਪਰੇ ਹਰ ਥਾਂ 'ਤੇ ਹੈ, ਉਸ ਨੂੰ ਪ੍ਰਾਪਤ ਕਰਨ ਦੇ ਲਈ ਸਾਨੂੰ ਗੁਰੂ ਦੀ ਲੋੜ ਹੈ। ਪਰ ਬੰਦਾ ਗੁਰੂ ਵਾਲਾ ਬਣਨ ਨੂੰ ਤਿਆਰ ਨਹੀਂ। ਨਾਨਕ ਗੁਰ ਬਿਨ ਨਾਹੇ ਪਤ, ਪਤ ਬਿਨ ਪਾਰ ਨਾ ਪਾਏ। ਇਸ ਕਰਕੇ ਕਬੀਰ ਸਾਹਿਬ ਜੀ ਵੀ ਸਲਾਹ ਦਿੰਦੇ ਆ, ਸੂਧੇ ਸੂਧੇ ਰੇਂਗ ਚਲੋ ਤੁਮ ਨਤਰ ਕੋ ਧੱਕਾ ਦਵਈ ਹੈ ਰੇ, ਬਾਰੇ ਬੂਢੇ ਤਰਨੇ ਭਈਆ ਸਭ ਹੂੰ ਜਮ ਲੈ ਜਈਆ ਰੇ। ਸਿੱਧੇ ਤੁਰੇ ਚੱਲੋ, ਭਾਵ ਟੇਢੇ ਪੈਰ ਨਾ ਧਰੋ, ਟੇਢੀ ਚਾਲ, ਟੇਢੇ ਚੱਲੇ। ਟੇਢੀ ਚਾਲ ਚੱਲਣਾ, ਟੇਢੇ ਜਾਣਾ। ਪੁਰਾਣੇ ਸਮਿਆਂ ਦੇ ਵਿੱਚ ਵੈਲੀ ਲੋਕ ਟੇਢੀਆਂ ਪੱਗਾਂ ਬੰਨ੍ਹਦੇ ਸੀ, ਅਤੇ ਪਾਤਸ਼ਾਹ ਜੀ ਨੇ ਉਹ ਸੀਨ ਵੀ ਬਾਣੀ ਵਿੱਚ ਲਿਖਿਆ। ਟੇਢੀ ਪਾਗ ਟੇਢੇ ਚਲੇ, ਲਾਗੇ ਵੀਰੇ ਖਾਨ। ਟੇਢੀ ਪੱਗ ਬੰਨ੍ਹ ਲਈ, ਪੁੱਠਾ ਚੱਲਦੇ ਆ, ਭਾਵ ਗਲਤ ਕੰਮ ਕਰਦੇ ਆ। ਲਾਗੇ ਵੀਰੇ ਖਾਨ, ਬੀੜਾ ਪਾਨਾਂ ਦਾ ਬੀੜਾ, ਭਾਵ ਨਸ਼ੇ। ਨਸ਼ੇ ਖਾਂਦੇ ਆ, ਆਪਣੇ ਆਪ ਨੂੰ ਖਾਨ ਸਮਝਦੇ ਆ। ਭਾਉ ਭਗਤ ਸਿਉ ਕਾਜ ਨਾ ਕਛੂ ਹੈ, ਪ੍ਰੇਮਾ ਭਗਤੀ ਨਹੀਂ ਕਰਨੀ, ਪਰਮੇਸ਼ਰ ਨਾਲ ਨਹੀਂ ਜੁੜਨਾ। ਮੇਰੋ ਕਾਮ ਦੀਵਾਨ, ਮੈਂ ਤਾਂ ਬੜਾ ਸਿਆਣਾ ਹਾਂ, ਮੈਂ ਤਾਂ ਬੜੀਆਂ ਸਿਆਣਪਾਂ ਰੱਖਦਾ, ਹਿਸਾਬ ਕਿਤਾਬ ਕਰ ਸਕਦਾ। ਇਸ ਕਰਕੇ ਮਨੁੱਖ ਜਿਹੜਾ ਹੈ ਉਸ ਪਰਮੇਸ਼ਰ ਨਾਲ ਜੁੜਨ ਦੀ ਬਜਾਏ ਆਪਣੇ ਆਪ ਨੂੰ ਸਿਆਣਾ ਸਮਝਦਾ। ਬਾਣੀ ਕਹਿੰਦੀ ਸਹਿਸ ਸਿਆਣਪਾਂ ਲੱਖ ਹੋਏ, ਤਾਂ ਇੱਕ ਨਾ ਚੱਲੇ ਨਾਲ। ਹਜ਼ਾਰਾਂ ਸਿਆਣਪਾਂ ਵੀ ਕਈ ਵਾਰੀ ਬੰਦੇ ਦੇ ਕੰਮ ਨਹੀਂ ਆਉਂਦੀਆਂ ਜਦੋਂ ਫਸਦਾ। ਕਹੋ ਸਤਨਾਮ ਸ੍ਰੀ। ਸਿਆਣਪਾਂ ਕੰਮ ਨਹੀਂ ਆਉਂਦੀਆਂ, ਐਨ ਮੌਕੇ 'ਤੇ ਭੁੱਲ ਜਾਂਦਾ। ਜਿਸ ਨੂੰ ਆਪ ਭੁਲਾਏ ਸੋ ਕਿੱਥੇ ਹੱਥ ਪਾਏ। ਜਿਹਨੂੰ ਰੱਬ ਹੀ ਭੁਲਾ ਲਵੇ ਫਿਰ ਉਹ ਭੁੱਲ ਗਿਆ, ਬਸ ਉਹਦਾ ਫਿਰ ਹੱਥ ਨਹੀਂ ਪੈਂਦਾ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ, ਜਾਂ ਭੱਜੇ ਤਾਂ ਠੀਕਰ ਹੋਵੇ, ਘਾਟ ਘੜੀ ਨਾ ਜਾਏ, ਨਾਨਕ ਗੁਰ ਬਿਨ ਨਾਹੇ ਪਤ, ਪਤ ਬਿਨ ਪਾਰ ਨਾ ਪਾਏ। ਆਓ ਜੇ ਇੱਜ਼ਤ ਦੀਆਂ ਪੌੜੀਆਂ ਚੜ੍ਹਨਾ ਤਾਂ ਏਤ ਰਾਹੇ ਪਤ ਪਵੜੀਆਂ ਚੜ੍ਹੀਆਂ ਹੋਏ। ਕੀ ਸੁਰਤ ਨੂੰ ਸ਼ਬਦ ਨਾਲ ਜੋੜ ਕੇ ਸਾਰੇ ਗਿਆਨ ਇੰਦਰੀਆਂ ਨੂੰ ਇਕੱਠੇ ਕਰਕੇ ਉਸ ਪਰਮੇਸ਼ਰ ਨਾਲ ਜੁੜਿਆ ਕਰੋ। ਇਹ ਇੱਜ਼ਤ ਦੀ ਪੌੜੀ ਹੈ। ਗੁਰੂ ਵਾਲੇ ਬਣ ਕੇ ਪਰਮੇਸ਼ਰ ਵੱਲ ਚੱਲਣਾ, ਭਗਤੀ ਕਰਨੀ, ਪਰਮੇਸ਼ਰ ਨਾਲ ਜੁੜਨਾ, ਇਹੋ ਹੀ ਇੱਜ਼ਤ ਦੀ ਪੌੜੀ ਹੈ। ਮਹੱਲਾ ਦੂਜਾ। ਪਰ ਮਨੁੱਖ ਦੀ ਹਾਲਤ ਕੈਸੀ ਆ? ਸਤਿਗੁਰੂ ਪਾਤਸ਼ਾਹ ਬਾਣੀ ਰਾਹੀਂ ਸਮਝਾਉਂਦੇ ਹਨ। ਰੇ ਰੇ ਦਰਗਹਿ ਕਹਿ ਨ ਕਹੂ, ਆਓ ਬੈਠ ਆਦਰ ਸੁਭ ਦੇਉ। ਜੇ ਇੱਜ਼ਤ ਦੀਆਂ ਪੌੜੀਆਂ ਰਾਹੀਂ ਜਾਓਗੇ, ਭਗਤੀ ਕਰਕੇ ਜਾਓਗੇ, ਤੇ ਉੱਥੇ ਸਾਰੇ ਸਤਿਕਾਰ ਕਰਨਗੇ। ਕੋਈ ਤੈਨੂੰ ਇਹ ਨਹੀਂ ਕਹੇਗਾ ਤੂੰ ਕੌਣ ਹੈ, ਕਿੱਧਰੋਂ ਆਇਆ। ਸਤਿਗੁਰੂ ਪਾਤਸ਼ਾਹ ਜੀ ਅੱਗੇ ਕਹਿੰਦੇ, ਪਰ ਮਨੁੱਖ ਦੀ ਹਾਲਤ ਕੈਸੀ ਹੈ। ਮਹੱਲਾ ਦੂਜਾ। ਇਸੇ ਸ਼ਬਦ ਦਾ ਜਵਾਬ ਅੱਗੇ ਦੂਜੇ ਸ਼ਬਦ ਵਿੱਚ ਦਿੰਦੇ ਹਨ। ਦੂਸਰੇ ਪਾਤਸ਼ਾਹ ਜੀ ਦੀ ਬਾਣੀ, ਦੂਸਰੇ ਪਾਤਸ਼ਾਹ ਜੀ ਦਾ ਸ਼ਬਦ। ਮਨੁੱਖ ਦੀ ਹਾਲਤ ਹੈ, ਦਿਨ ਦੇ ਥਾਵੋਂ ਦਿੱਤਾ ਚੰਗਾ। ਹਾਂ, ਦਾਤ ਪ੍ਰਾਪਤ ਹੋਈ, ਵਿਸਰਿਆ ਦਾਤਾਰਾ, ਜਾਣੈ ਨਾਹੀ ਮਰਨ ਵਿਚਾਰਾ। ਦਾਤ ਪਿਆਰੀ,
ਵਿਸਰਿਆ ਦਾਤਾਰਾ, ਪਰਮੇਸ਼ਰ ਭੁੱਲ ਗਿਆ। ਦਿੰਦੇ ਥਾਵੋਂ ਦਿੱਤਾ ਚੰਗਾ, ਉਹ ਦੇਣ ਵਾਲੇ ਨੂੰ ਭੁੱਲ ਗਿਆ, ਦਿੱਤੇ ਹੋਏ ਨਾਲ ਜੁੜ ਗਿਆ। ਹੁਣ ਦਾਤਾਂ ਪ੍ਰਾਪਤ ਕਰਕੇ ਦਾਤੇ ਦਾ ਸ਼ੁਕਰੀਆ ਅਦਾ ਕਰਨਾ ਭੁੱਲ ਗਿਆ। ਮਹੱਲਾ ਦੂਜਾ। ਦੇਂਦੇ ਥਾਵੋਂ ਦਿੱਤਾ ਚੰਗਾ, ਮਨਮੁਖ ਐਸਾ ਜਾਣੀਐ। ਇਹ ਮਨੁੱਖ ਦੀ ਐਸੀ ਹਾਲਤ ਹੈ। ਬਾਬੇ ਨਾਨਕ ਜੀ ਨੇ ਪਹਿਲਾਂ ਸਮਝਾਇਆ ਵੀ ਦੇਖੋ, ਸੁੰਦਰ ਸਰੀਰ ਦਿੱਤਾ, ਅੱਖਾਂ ਦਿੱਤੀਆਂ, ਕੰਨ ਦਿੱਤੇ, ਨੱਕ ਦਿੱਤਾ, ਜੇਵਾ ਦਿੱਤੀ, ਹੱਥ ਪੈਰ ਦਿੱਤੇ, ਭਲਿਆ ਮਾਨਸ। ਜਿਨ੍ਹਾਂ ਨੂੰ ਇਹ ਚੀਜ਼ਾਂ ਨਹੀਂ ਦਿੱਤੀਆਂ ਉਹਨਾਂ ਨੂੰ ਪੁੱਛ ਇਹਨਾਂ ਦਾ ਮੁੱਲ। ਪਰ ਤੂੰ ਸੁੰਦਰ ਸਰੀਰ ਲੈ ਕੇ ਕਦੇ ਉਹਦਾ ਸ਼ੁਕਰੀਆ ਨਹੀਂ ਕਰਦਾ, ਪਰਮੇਸ਼ਰ ਦਾ ਧੰਨਵਾਦ ਨਹੀਂ ਕਰਦਾ। ਔਰ ਉਸ ਦਾਤੇ ਦੀਆਂ ਦਿੱਤੀਆਂ ਦਾਤਾਂ ਨੂੰ ਹੀ ਜੱਫਾ ਮਾਰ ਕੇ ਬੈਠਾ, ਪਿਆਰ ਪਾ ਕੇ ਬੈਠਾ, ਦਾਤੇ ਦਾ ਸ਼ੁਕਰੀਆ ਨਹੀਂ ਕਰਦਾ। ਦੇਂਦੇ ਥਾਵੋਂ ਦਿੱਤਾ ਚੰਗਾ, ਮਨਮੁਖ ਐਸਾ ਜਾਣੀਐ। ਇਹ ਮਨੁੱਖ ਐਸਾ ਮਨਮੁਖ ਹੋ ਗਿਆ ਜੋ ਪਦਾਰਥਾਂ ਦੇ ਦੇਣ ਵਾਲਾ ਪਰਮੇਸ਼ਰ ਹੈ, ਉਹਨੂੰ ਭੁਲਾ ਕੇ ਪਰਮੇਸ਼ਰ ਪਦਾਰਥਾਂ ਦੀ ਵਡਿਆਈ ਵਿੱਚ ਪੈ ਗਿਆ। ਐਸੇ ਮਨੁੱਖ ਨੂੰ ਮਨਮੁਖ ਕਿਹਾ ਜਾਂਦਾ, ਜਿਹੜਾ ਮਨ ਦੇ ਮਗਰ ਚੱਲਦਾ। ਜਿਸ ਵੇਲੇ ਪਰਮੇਸ਼ਰ ਨੇ ਇੱਕ ਬੱਚਾ ਦੇ ਦਿੱਤਾ ਕਿਸੇ ਮਨੁੱਖ ਨੂੰ, ਤੇ ਮਨੁੱਖ ਦਾ ਬੱਚੇ ਨਾਲ ਮੋਹ ਪੈ ਗਿਆ, ਬੱਚੇ ਦਾ ਮਾਂ ਪਿਓ ਨਾਲ ਮੋਹ ਪੈ ਗਿਆ। ਜਾਂ ਤਿਸ ਭਾਣਾ ਤਾਂ ਜੰਮਿਆ, ਪਰਿਵਾਰ ਭਲਾ ਭਾਇਆ। ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ, ਅਮਰ ਵਰਤਾਇਆ। ਜਿਹੜੀ ਲਿਵ ਲੱਗੀ ਸੀ ਪਰਮੇਸ਼ਰ ਨਾਲ ਉਹ ਟੁੱਟ ਗਈ। ਜਿਸ ਵੇਲੇ ਬੱਚੇ ਦਾ ਜਨਮ ਹੋਇਆ, ਜੋ ਮਾਇਆ ਸੰਸਾਰ ਦੀ ਉਹ ਬੱਚੇ ਤੇ ਪੈਣੀ ਸ਼ੁਰੂ ਹੋਈ। ਜਨਮ ਲਿਆ, ਡਾਕਟਰਾਂ ਨੇ ਉਸ ਨੂੰ ਨਵਾਇਆ ਧਵਾਇਆ, ਮਾਂ ਦੇ ਕੋਲ ਲਿਆਂਦਾ, ਮਾਂ ਨੇ ਦੁੱਧ ਦਿੱਤਾ ਤਾਂ ਬੱਚੇ ਨੂੰ ਦੁੱਧ ਪ੍ਰਾਪਤ ਹੋਇਆ ਤੇ ਹੁਣ ਬੱਚਾ ਉਸ ਨਾਲ ਜੁੜ ਗਿਆ। ਪਹਿਲੇ ਪਿਆਰ ਲੱਗਾ ਥਨ ਦੁੱਧ, ਦੂਜੇ ਮਾਏ ਬਾਪ ਕੀ ਸੋਧ। ਥੋੜਾ ਵੱਡਾ ਹੋਇਆ, ਮਾਂ ਦੀ ਜਾਣ ਪਛਾਣ ਹੋਈ, ਇਹ ਮੇਰੀ ਮਾਂ ਹੈ, ਮਾਂ ਦੇ ਨਾਲ ਪਿਆਰ ਪੈ ਗਿਆ। ਥੋੜਾ ਹੋਰ ਵੱਡਾ ਹੋਇਆ, ਮਾਂ ਨੇ ਜਾਣਕਾਰੀ ਦਿੱਤੀ ਇਹ ਤੇਰਾ ਬਾਪ ਹੈ, ਪਿਓ ਦੇ ਨਾਲ ਪਿਆਰ ਪੈ ਗਿਆ। ਦੂਜੇ ਮਾਏ ਬਾਪ ਕੀ ਸੁਧ, ਤੀਜੇ ਭਇਆ ਭਾਬੀ ਬੇਵ। ਫਿਰ ਵੱਡਾ ਹੋਇਆ, ਭੈਣਾਂ ਭਰਾਵਾਂ ਦੀ ਜਾਣਕਾਰੀ ਹੋਈ, ਭਰਜਾਈਆਂ ਦੀ ਜਾਣਕਾਰੀ ਹੋਈ, ਭਾਵ ਰਿਸ਼ਤੇਦਾਰਾਂ ਦੇ ਵਿੱਚ ਫੈਲਦੀ ਗਈ, ਸੁਰਤ ਖਿੰਡਦੀ ਗਈ। ਚੌਥਾ ਪਿਆਰ ਉਪੰਨੀ ਖੇਡ, ਫਿਰ ਆਪਣੀ ਸ਼ਾਦੀ ਹੋ ਗਈ, ਫਿਰ ਉਸ ਦੀ ਮਸਤੀ ਵੀ ਚਲਿਆ ਗਿਆ। ਪਰਮੇਸ਼ਰ ਨਾਲ ਜਿਹੜਾ ਜੁੜਿਆ ਸੀ ਮਾਂ ਦੇ ਉਧਰ 'ਚ, ਉਹ ਦਿਨੋਂ ਦਿਨ ਸੁਰਤ ਖਿੰਡਦੀ ਜਾ ਰਹੀ ਹੈ। ਗੁਰੂ ਅਰਜਨ ਦੇਵ ਜੀ ਦੱਸਦੇ ਆ ਕਿ ਬੱਚਾ ਮਾਂ ਦੇ ਪੇਟ ਦੀ ਅੱਗ ਵਿੱਚ ਕਿਵੇਂ ਬਚਿਆ। ਜਿੱਥੇ ਕਿ ਭਿਆਨਕ ਅੱਗ ਸੀ, ਮਾਂ ਦੇ ਖਾਧੇ ਹੋਏ ਸਾਰੇ ਭੋਜਨ ਜਿੱਥੇ ਪਚ ਜਾਂਦੇ ਆ, ਗਲ ਜਾਂਦੇ ਆ। ਪਿੰਡਾਂ ਦੇ ਵਿੱਚ ਤਾਂ ਮੈਂ ਇਹ ਵੀ ਸੁਣਿਆ ਕਿ ਕਈ ਬੀਬੀਆਂ ਰੋੜ ਵੀ ਖਾ ਜਾਂਦੀਆਂ ਉਸ ਸਮੇਂ ਜਦੋਂ ਬੱਚੇ ਦੇ ਜਨਮ ਹੋਣ ਦਾ ਸਮਾਂ ਹੁੰਦਾ। ਉਹ ਕਹਿੰਦੇ ਸਾਡਾ ਮਨ ਮੰਗਦਾ ਰੋੜ ਖਾਣਾ। ਉਹ ਰੋੜ ਵੀ ਉਹਨਾਂ ਦੇ ਪੇਟ ਵਿੱਚ ਜਾ ਕੇ ਪਚ ਜਾਂਦੀ ਆ। ਬੱਚੇ ਨੂੰ ਕੌਣ ਬਚਾਉਂਦਾ ਉਸ ਭਿਆਨਕ ਅੱਗ ਦੇ ਵਿੱਚ? ਫਿਰ ਧੰਨ ਗੁਰੂ ਅਰਜਨ ਦੇਵ ਜੀ ਕਹਿੰਦੇ ਉਹ ਸਿਮਰਨ ਬਚਾਉਂਦਾ ਹੈ। ਮਾਤ ਗਰਭ ਮਹਿ ਆਪਨ ਸਿਮਰਨ ਦੇ ਤਹਿ ਤੁਮ ਰਾਖਣ ਹਾਰੇ। ਮਾਂ ਦੇ ਗਰਭ ਦੇ ਵਿੱਚ ਬੱਚਾ ਨਾਮ ਜਪਦਾ ਸੀ, ਆਪਾਂ ਸਾਰੇ ਉੱਥੇ ਜਪਦੇ ਸੀ, ਪਰ ਬਾਹਰ ਆਉਂਦਿਆਂ ਹੀ ਭੁੱਲ ਗਏ। ਜਾਂ ਤਿਸ ਭਾਣਾ ਤਾਂ ਜੰਮਿਆ, ਪਰਿਵਾਰ ਭਲਾ ਭਾਇਆ। ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ, ਅਮਰ ਵਰਤਾਇਆ। ਇਹ ਮਾਇਆ ਜੇ ਤਹਰ ਵਿਸਰੈ, ਮੋਹ ਉਪਜੈ ਭਾਉ ਦੂਜਾ ਲਾਇਆ। ਤਾਂ ਇਸ ਤਰ੍ਹਾਂ ਗੁਰੂ ਪਿਆਰਿਓ, ਚੌਥੇ ਪਿਆਰ ਉਪੰਨੀ ਖੇਡ, ਪੰਜਵੇਂ ਖਾਣ ਪੀਣ ਕੀ ਧਾਤ। ਫਿਰ ਸਵਾਦਾਂ ਵਿੱਚ ਪੈ ਗਿਆ। ਚੰਗੇ ਚੰਗੇ ਖਾਣੇ ਖਾਵਾਂ, ਤਕੜਾ ਰਵਾਂ, ਕਿਤੇ ਕਮਜ਼ੋਰ ਨਾ ਹੋ ਜਾਵਾਂ। ਸੱਤਵੇਂ ਸੰਝ ਕੀਆ ਕਰਵਾਸ। ਫਿਰ ਬਾਲ ਬੱਚੇ ਹੋ ਗਏ, ਘਰੇ ਸਮਾਨ ਇਕੱਠਾ ਕਰਨ ਲੱਗਿਆ। ਅੱਠਵੇਂ ਖਾਨ ਕ੍ਰੋਧ ਹੋਆ ਤਾਂ ਨਾਸ਼। ਫਿਰ ਜਿਹੜੀ ਵਸਤੂ ਨਹੀਂ ਮਿਲਦੀ ਉਹਨੂੰ ਪ੍ਰਾਪਤ ਕਰਨ ਵਾਸਤੇ ਗੁੱਸਾ ਕਰਦਾ। ਉਹ ਕ੍ਰੋਧ ਫਿਰ ਸਾਡੇ ਸਰੀਰ ਨੂੰ ਗਾਲਦਾ। ਨੌਵੇਂ ਧੌਲੇ ਉਭੇ ਸਾਹ, ਅਖੀਰ ਕਾਲੇ ਬਾਲ ਚਿੱਟੇ ਹੋ ਜਾਂਦੇ ਆ, ਸਾਹ ਵੀ ਔਖਾ ਆਉਂਦਾ। ਦਸਵੇਂ ਦੱਦਾ ਹੋਆ ਸਵਾਹ, ਤੇ ਅਖੀਰ
ਪਹਿਲਾਂ ਵਿੱਚੋਂ ਪੰਜਾਂ ਵਿਕਾਰਾਂ ਨਾਲ ਸੜ ਗਿਆ, ਦੂਈ ਦਵੈਤ ਈਰਖਾ ਨਾਲ ਸੜ ਗਿਆ, ਤੇ ਫਿਰ ਬਾਹਰੋਂ ਵੀ ਸਰੀਰ ਕਾਲਾ ਪੈ ਗਿਆ, ਤੇ ਅਖੀਰ ਸਰੀਰ ਦੇ ਵਿੱਚੋਂ ਭੌਰ ਉੱਡ ਗਿਆ, ਇਹ ਅੱਗ ਵਿੱਚ ਪਾ ਦਿੱਤਾ, ਸੁਆਹ ਹੋ ਗਿਆ। ਗਏ ਸੰਗੀਤ ਪੁਕਾਰੀ ਧਾ, ਵਿੱਚੋਂ ਆਵਾਜ਼ ਨਿਕਲ ਗਈ, ਬੋਲਣ ਵਾਲਾ ਨਿਕਲ ਗਿਆ ਸਰੀਰ ਚੋਂ, ਰਿਸ਼ਤੇਦਾਰ ਧਾਹਾਂ ਮਾਰ ਕੇ ਰੋਂਦੇ ਆ। ਉੱਡਿਆ ਹੰਸ ਦਸਾਏ ਰਾਹ, ਤੇ ਜੀਵ ਆਤਮਾ ਹੰਸ ਉਹ ਪਤਾ ਨਹੀਂ ਕਿੱਧਰ ਗਿਆ। ਇੰਨਾ ਰਹਿ ਗਿਆ, ਪਿੱਛੇ ਇੱਕ ਫਲਾਨਾ ਸੀ, ਉਹ ਹੁੰਦਾ ਸੀ, ਕਹਿੰਦੇ ਉਹ ਤਾਂ ਗਿਆ। ਆਇਆ ਗਿਆ ਮੋਇਆ ਨਾਉ, ਪਿੱਛੇ ਪੱਤਲ ਸਦਿਓ ਕਾਮ, ਨਾਨਕ ਮਨਮੁਖ ਅੰਧ ਪਿਆਰ। ਇਹ ਅੰਨੇ ਅਗਿਆਨਤਾ ਦੇ ਵਿੱਚ ਅੰਨੇ, ਪਿੱਛੇ ਪੜ੍ਹਿਆ ਸੀ ਆਪਾਂ। ਇਹ ਮਨੁੱਖ ਅਗਿਆਨਤਾ ਵਿੱਚ ਅੰਨਾ ਹੈ। ਇਸ ਕਰਕੇ ਜਿੰਨਾ ਚਿਰ ਇਹ ਪਰਮੇਸ਼ਰ ਨਾਲ ਨਹੀਂ ਜੁੜਦਾ, ਓਨਾ ਚਿਰ ਫਿਰ ਇਹ ਅਗਿਆਨਤਾ ਵਿੱਚ ਅੰਨਾ ਹੈ। ਤੇ ਜਿਹੜੇ ਪਿਛਲੇ ਰਿਸ਼ਤੇਦਾਰ ਸਾਕ ਸੰਬੰਧੀ ਆ, ਕੋਠੇ ਤੇ ਰੋਟੀ ਖੀਰ ਰੱਖ ਕੇ ਕਹਿੰਦੇ ਬਾਪੂ ਖਾ ਜਾ, ਜੇ ਕਾਂ ਚੁੰਝ ਮਾਰ ਜੇ ਤਾਂ ਕਹਿੰਦੇ ਬਾਪੂ ਖਾ ਗਿਆ। ਨੌਵੇਂ ਧੌਲੇ ਓਬੇ ਸਾਹ, ਦਸਵੇਂ ਦੱਦਾ ਹੋਆ ਸੁਗਾਹਾਂ, ਸੁਆਹਾ ਗਏ ਸੰਗੀਤ ਪੁਕਾਰੀ ਧਾ, ਉੱਡਿਆ ਹੰਸ ਦਸਾਏ ਰਾਹ। ਆਇਆ ਗਿਆ ਮੋਇਆ ਨਾਉ, ਪਿੱਛੇ ਪੱਤਲ ਸਦਿਓ ਕਾਵ, ਨਾਨਕ ਮਨਮੁਖ ਅੰਧ ਪਿਆਰ, ਬਾਝ ਗੁਰੂ ਡੁੱਬਾ ਸੰਸਾਰ। ਗੁਰੂ ਤੋਂ ਬਗੈਰ ਸੰਸਾਰ ਖਤਮ ਹੋ ਗਿਆ, ਡੁੱਬ ਗਿਆ। ਇਸ ਕਰਕੇ ਬਾਬਾ ਜੀ ਕਹਿੰਦੇ ਇਹ ਮਨੁੱਖ ਦੀ ਹਾਲਤ ਕੈਸੀ ਹੈ। ਦੇਂਦੇ ਥਾਵਹੁ ਦਿੱਤਾ ਚੰਗਾ, ਮਨਮੁਖ ਐਸਾ ਜਾਣੀਐ। ਇਹ ਮਨੁੱਖ ਐਸਾ ਹੈ ਕਿ ਦੇਣ ਵਾਲੇ ਨੂੰ ਭੁਲਾ ਕੇ ਹੁਣ ਜੋ ਦਿੱਤਾ ਹੈ ਉਹਦੇ ਨਾਲ ਜੁੜ ਗਿਆ। ਉਹ ਚੰਗਾ ਲੱਗਦਾ, ਦੇਣ ਵਾਲਾ ਚੰਗਾ ਨਹੀਂ ਲੱਗਦਾ, ਉਹਨੂੰ ਭੁੱਲ ਗਿਆ। ਸੁਰਤ ਮਤ ਚਤੁਰਾਈ ਤਾਕੀ, ਤੇ ਬੰਦੇ ਦੀ ਜਿਹੜੀ ਚਲਾਕੀ ਹੈ ਇਹ ਕਿਸੇ ਕੰਮ ਨਹੀਂ ਆਉਂਦੀ। ਰੱਬ ਨਾਲ ਵੀ ਠੱਗੀਆਂ ਮਾਰਦਾ ਬੰਦਾ, ਚਲਾਕੀਆਂ ਕਰਦਾ, ਆਪਣੀਆਂ ਸਿਆਣਪਾਂ ਵਰਤਦਾ, ਪਰ ਜਦੋਂ ਪਰਮੇਸ਼ਰ ਦੀ ਮਰਜ਼ੀ ਹੁੰਦੀ ਹੈ ਫਿਰ ਇਹਦੀਆਂ ਸਿਆਣਪਾਂ ਧਰੀਆਂ ਰਹਿ ਜਾਂਦੀਆਂ। ਇਹਦੀ ਚਲਾਕੀ ਬੁੱਧੀ ਚਤਰਾਈ ਸਭ ਧਰੀ ਰਹਿ ਜਾਂਦੀ ਆ। ਸੁਰਤ ਮਤ ਚਤਰਾਈ ਤਾਕੀ, ਕਿਆ ਕਰ ਆਖ ਬਖਾਣੀ ਹੈ। ਕੀ ਵਰਣਨ ਕਰੀਏ ਕਿ ਬੰਦਾ ਕਿੰਨੀਆਂ ਸਿਆਣਪਾਂ ਵਰਤਦਾ ਹੈ। ਪਰਮੇਸ਼ਰ ਤੋਂ ਬਚਣ ਦੇ ਵਾਸਤੇ, ਲੋਕਾਂ ਦੀ ਨਿਗਾਹ ਤੋਂ ਬਚਣ ਵਾਸਤੇ ਚੋਰੀਓਂ ਅੰਦਰ ਬਹਿ ਕੇ ਪੁੱਠੇ ਸਿੱਧੇ ਕੰਮ ਕਰਦਾ ਹੈ। ਅੰਤਰ ਬਹਿ ਕੇ ਕਰਮ ਕਮਾਵੇ, ਸੋ ਚਹੁ ਕੁੰਡੀ ਜਾਣੀਐ। ਅੱਜ ਕੱਲ੍ਹ ਤਾਂ ਸਾਇੰਸ ਦਾ ਯੁੱਗ ਹੈ। ਸਾਇੰਸ ਨੇ CCTV ਕੈਮਰਾ ਬਣਾਇਆ, ਜਿੰਨਾ ਮਰਜ਼ੀ ਕੋਈ ਲੁੱਕ ਕੇ ਕੰਮ ਕਰ ਲਵੇ, ਉਹ ਇੱਕ ਦਿਨ ਬਾਹਰ ਨਿਕਲ ਆਉਂਦਾ। ਐਸੇ ਐਸੇ ਕੈਮਰੇ ਕੰਧਾਂ ਵਿੱਚ ਫਿੱਟ ਕੀਤੇ ਆ ਲੋਕਾਂ ਨੇ, ਜਿੱਥੇ ਕਿ ਕਿਸੇ ਨੂੰ ਪਤਾ ਨਹੀਂ ਹੁੰਦਾ, ਤੇ ਉਹਦਾ ਕੀਤਾ ਹੋਇਆ ਜਿਹੜਾ ਹੈ ਕਾਰਜ ਉਹ ਕੈਮਰੇ ਵਿੱਚ ਫੀਡ ਹੋ ਜਾਂਦਾ ਤੇ ਦੁਨੀਆ ਵਿੱਚ ਜ਼ਾਹਰ ਹੋ ਜਾਂਦਾ। ਤੇ ਬਾਬਾ ਜੀ ਨੇ ਤੇ 500 ਸਾਲ ਪਹਿਲਾਂ ਲਿਖ ਦਿੱਤਾ ਕਿ ਤੁਸੀਂ ਪਰਮੇਸ਼ਰ ਦੀ ਅੱਖ ਤੋਂ ਬਚ ਨਹੀਂ ਸਕਦੇ। ਜਿਵੇਂ ਕੈਮਰੇ ਦੀ ਅੱਖ ਤੋਂ ਨਹੀਂ ਬੰਦਾ ਬਚ ਸਕਦਾ, ਐਵੇਂ ਉਦੋਂ ਪਹਿਲਾਂ ਤੋਂ ਹੀ ਪੁਰਾਣੇ ਬੰਦਿਆਂ ਨੇ ਲਿਖਿਆ ਚਿੱਤਰਗੁਪਤ। ਚਿੱਤਰਗੁਪਤ ਆਹੀ CCTV ਕੈਮਰਾ ਹੀ ਆ। ਤੁਸੀਂ ਇੱਥੇ ਜੋ ਐਕਟੀਵਿਟੀ ਕਰਦੇ ਹੋ, ਤੁਰੇ ਫਿਰਦੇ ਹੋ, ਉਹ ਤੁਹਾਡੀਆਂ ਸ਼ਕਲਾਂ LCD 'ਤੇ ਬਣੀ ਜਾਂਦੀਆਂ, ਜਦੋਂ ਮਰਜ਼ੀ ਖੋਲ੍ਹ ਕੇ ਦੇਖ ਲਓ। ਇਸ ਕਰਕੇ ਪਾਤਸ਼ਾਹ ਜੀ ਨੇ ਕਹਿੰਦੇ ਚਿੱਤਰਗੁਪਤ ਇਹਦੇ ਨਾਲ ਪਰਮੇਸ਼ਰ ਨੇ ਪਹਿਲਾਂ ਫਿੱਟ ਕਰਤੇ। ਜਿੱਥੇ ਮਰਜ਼ੀ 7 ਦਰਵਾਜ਼ਿਆਂ ਦੇ ਅੰਦਰ ਜਾ ਕੇ ਕੋਈ ਗਲਤੀ ਕਰ ਲਵੇ, ਕੋਈ ਕੰਮ ਕਰ ਲਵੇ, ਉਹ ਪ੍ਰਗਟ ਹੋ ਹੀ ਜਾਂਦਾ ਇੱਕ ਦਿਨ। ਅੰਤਰ ਬਹਿ ਕੇ ਕਰਮ ਕਮਾਵੇ, ਸੋ ਚਹੁ ਕੁੰਡੀ ਜਾਣੀਐ। ਚਹੁ ਕੁੰਡੀ ਚਾਰੇ ਪਾਸੇ, ਹਰ ਥਾਂ 'ਤੇ ਦਸ਼ਾ ਦਿਸ਼ਾਵਾਂ ਦੇ ਵਿੱਚ ਉਸ ਦਾ ਪਤਾ ਲੱਗ ਜਾਂਦਾ। ਅਣਖ ਪੜਦੇ ਮੈਂ ਕਮਾਵੇ ਵਿਕਾਰ, ਖਿੰਮੈ ਪ੍ਰਗਟ ਹੋਏ ਸੰਸਾਰ। ਇੱਕ ਛਿਣ ਵਿੱਚ ਦੁਨੀਆ ਦੇ ਵਿੱਚ ਉਸ ਦਾ ਪਤਾ ਲੱਗ ਸਕਦਾ।
ਪਾਪੀ ਮਨੁੱਖ ਪਾਪ ਕਰਦਾ, ਅੱਗੋਂ ਦੇਖੈ ਪਿੱਛੋਂ ਦੇਖੈ, ਅੱਗੇ ਪਿੱਛੇ ਦੇਖਦਾ। ਕਿਉਂਕਿ ਜ਼ਿਆਦਾਤਰ ਬੰਦਾ ਮਾੜੇ ਕੰਮ ਕਰਨ ਲੱਗਿਆ ਹੀ ਆਗੇ ਆਸੇ ਪਾਸੇ ਦੇਖਦਾ ਕਿ ਮੈਨੂੰ ਕੋਈ ਵੇਖਦਾ ਤਾਂ ਨਹੀਂ ਗਾ। ਅੱਗੋਂ ਦੇਖੈ ਪਿੱਛੋਂ ਦੇਖੈ, ਤੁਝ ਤੇ ਕਹਾਂ ਛੁਪਾਵੇ, ਪਰ ਪਰਮੇਸ਼ਰ ਤੋਂ ਕੌਣ ਛੁਪਾ ਲੂਗਾ ਬਈ। ਪਰਮੇਸ਼ਰ ਦੀਆਂ ਹਜ਼ਾਰਾਂ ਅੱਖਾਂ ਸਾਡੇ ਤੁਹਾਡੇ ਵਿੱਚ ਲੱਗੀਆਂ ਹੋਈਆਂ, ਕੋਈ ਨਾ ਕੋਈ ਅੱਖ ਵੇਖ ਹੀ ਲੈਂਦੀ ਆ, ਉਹ ਗੱਲ ਪ੍ਰਗਟ ਹੋ ਜਾਂਦੀ ਆ, ਕੋਈ ਨਾ ਕੋਈ ਸਰੀਰ ਵੇਖ ਜਾਂਦਾ। ਜਿਵੇਂ ਕਸਾਦ ਨੇ ਆਪਣੀ ਗੱਦੀ ਅੱਗੇ ਦੇਣ ਵਾਸਤੇ ਚੇਲੇ ਦੀ ਛਾਂਟੀ ਕਰਨੀ ਸੀ, ਤੇ ਸਾਰੇ ਚੇਲਿਆਂ 'ਚ ਉਹਨੂੰ 2 ਚੇਲੇ ਵਧੀਆ ਲੱਗੇ, ਹੁਣ ਦੋਵਾਂ 'ਚੋਂ ਇੱਕ ਕੱਢਣਾ ਸੀਗਾ। ਤੇ ਉਸ ਨੇ ਵੇਖਣ ਵਾਸਤੇ ਵੀ ਕਿਹੜਾ ਚੇਲਾ ਮੇਰਾ ਸਹੀ ਕੁਦਰਤ ਮੁਤਾਬਕ ਚੱਲਦਾ, ਕਹਿੰਦੇ ਉਹਨੇ ਆਪਣੇ ਦੋਵਾਂ ਚੇਲਿਆਂ ਨੂੰ 2 ਕਬੂਤਰ ਫੜਾਤੇ, ਜਾਨਵਰ ਪੰਛੀ ਫੜਾਤੇ। ਕਹਿੰਦੇ ਵੀ ਇਹਨਾਂ ਨੂੰ ਉੱਥੇ ਮਾਰ ਕੇ ਲਿਆਇਓ ਜਿੱਥੇ ਕੋਈ ਦੇਖਦਾ ਨਾ ਹੋਵੇ। ਇੱਕ ਸੱਜੇ ਟੱਪ ਗਿਆ, ਖੱਬੇ ਟੱਪ ਗਿਆ। ਜਿਹੜਾ ਖੱਬੇ ਪਾਸੇ ਨੂੰ ਗਿਆ ਉਹ ਥੋੜ੍ਹੀ ਦੂਰੀ 'ਤੇ ਗਿਆ, ਕਿਸੇ ਕੰਧ ਕੁੰਧ ਦੇ ਉਹਲੇ ਜਾ ਕੇ ਜਿੱਥੇ ਕੋਈ ਬੰਦਾ ਨਹੀਂ ਵੇਖਦਾ ਸੀਗਾ, ਧੌਣ ਮਰੋੜਤੀ, ਚੱਕ ਲਿਆਇਆ ਛੇਤੀ ਕਾਹਲੀ ਨਾਲ। ਕਹਿੰਦਾ ਲਓ ਜੀ ਮਾਰ ਲਿਆਂਦਾ। ਅੱਛਾ ਰੱਖ ਦੇ, ਦੂਜੇ ਨੂੰ ਉਡੀਕ ਲਈਏ। ਦੂਜੇ ਨੂੰ ਉਡੀਕਿਆ, ਉਹ ਸ਼ਾਮਾਂ ਤੱਕ ਮੁੜਿਆ ਹੀ ਨਾ। ਕਈ ਥਾਂ 'ਤੇ ਗਿਆ ਪਰ ਉਹ ਜਿੱਥੇ ਵੀ ਜਾਵੇ ਮਾਰ ਨਾ ਸਕਿਆ, ਤੇ ਜਿਉਂਦਾ ਹੀ ਮੋੜ ਲਿਆਇਆ। ਕਹਿੰਦੇ ਵੀ ਤੂੰ ਮਾਰ ਕੇ ਨਹੀਂ ਲਿਆਇਆ? ਕਹਿੰਦਾ ਮਹਾਰਾਜ ਤੁਸੀਂ ਕਿਹਾ ਜਿੱਥੇ ਕੋਈ ਨਾ ਵੇਖਦਾ ਹੋਵੇ ਉੱਥੇ ਮਾਰਨਾ। ਕਹਿੰਦੇ ਹਾਂ। ਕਹਿੰਦਾ ਮੈਂ ਜਿੱਥੇ ਲੈ ਕੇ ਜਾਣਾ ਉੱਥੇ ਕੋਈ ਨਾ ਕੋਈ ਵੇਖਦਾ ਸੀਗਾ। ਕਹਿੰਦਾ ਆਹ ਤਾਂ ਮਾਰ ਲਿਆਇਆ। ਕਹਿੰਦੇ ਇਹ ਤਾਂ ਮਾਰ ਲਿਆਇਆ, ਪਰ ਮੈਨੂੰ ਕੋਈ ਐਸਾ ਥਾਂ ਨਹੀਂ ਵੇਖਿਆ ਦਿਸਿਆ ਜਿੱਥੇ ਉਹ ਕੋਈ ਨਾ ਵੇਖਦਾ ਹੋਵੇ। ਇੱਥੋਂ ਤੱਕ ਕਿ ਜੇ ਬੰਦਿਆਂ ਤੋਂ ਵੀ ਉਹਲੇ ਲੈ ਗਿਆ, ਤੇ ਜਿੱਥੇ ਮੈਂ ਇਹਨੂੰ ਮਾਰਨਾ ਸੀ ਇਹ ਮੈਨੂੰ ਵੇਖਦਾ ਸੀ, ਮੈਂ ਇਹਨੂੰ ਵੇਖਦਾ ਸੀ, ਕੋਈ ਸਤਨਾਮ ਸੀ। ਹੁਣ ਦੱਸ ਇਹ ਤੇ ਮੈਂ ਕਿਵੇਂ ਪਾਸੇ ਹੋਈਏ? ਉਹ ਸਾਧ ਕਹਿਣ ਲੱਗਿਆ ਠੀਕ ਹੈ, ਤੂੰ ਹੀ ਸਹੀ ਆ, ਪਰਮੇਸ਼ਰ ਹਰ ਥਾਂ ਵੇਖਦਾ। ਗੱਲ ਇਹੀ ਕਰਨੀ ਸੀ ਮੈਂ ਤੁਹਾਡੇ ਨਾਲ। ਪਾਤਸ਼ਾਹ ਜੀ ਕਹਿੰਦੇ ਅੰਤਰ ਬਹਿ ਕੇ ਕਰਮ ਕਮਾਵੈ, ਸੋਚਹੁ ਕੁੰਡੀ ਜਾਣੀਐ। ਜੋ ਧਰਮ ਕਮਾਵੈ ਤਿਸ ਧਰਮ ਨਾਉ ਹੋਵੈ। ਜੋ ਚੰਗੇ ਕੰਮ ਕਰਦਾ, ਜਿਹੜਾ ਮਨੁੱਖ ਧਰਮ ਦੇ ਚੰਗੇ ਕੰਮ ਕਰਦਾ ਹੈ ਉਹਨੂੰ ਧਰਮੀ ਕਹਿੰਦੇ ਆ। ਪਾਪ ਕਮਾਣਾ ਪਾਪੀ ਜਾਣੀਐ। ਜਿਹੜੇ ਪਾਪ ਕਰਮ ਕਰਦਾ ਹੈ ਉਹਨੂੰ ਪਾਪੀ ਕਹਿੰਦੇ ਆ। ਜਾਣੀਐ ਭਾਵ ਸਮਝ ਲਓ। ਜਿਹੜੇ ਮਾੜੇ ਕੰਮ ਕਰਦਾ ਉਹਨੂੰ ਮਾੜਾ ਕਹਿੰਦੇ ਆ, ਜਿਹੜਾ ਚੰਗੇ ਕਰਦਾ ਉਹਨੂੰ ਚੰਗਾ ਕਹਿੰਦੇ ਆ। ਇਸ ਕਰਕੇ ਤੂੰ ਆਪੇ ਖੇਲ ਸਵੇ ਕਰੇ ਸਭ ਕਰਤੇ, ਕਿਆ ਦੂਜਾ ਆਖ ਵਖਾਣੀਆਂ। ਇੱਥੇ ਪਾਤਸ਼ਾਹ ਕਹਿੰਦੇ ਸਾਰਿਆਂ ਵਿੱਚ ਤੂੰ ਹੀ ਵਸਦਾ। ਕਿਹਨੂੰ ਕਹੀਏ? ਇਹ ਸਾਰੀ ਰਚਨਾ ਸੰਸਾਰ ਰੂਪੀ ਖੇਡ ਤੇਰੀ ਆ, ਹੋਰ ਦੂਜੇ ਨੂੰ ਕੀ ਕਹੀਏ? ਕਿਵੇਂ ਵਰਣਨ ਕਰੀਏ? ਜਿਚਰ ਤੇਰੀ ਜੋਤ ਤਿਚਰ ਜੋਤੀ ਵਿੱਚ ਤੂੰ। ਜਿਵੇਂ ਸਰੀਰ ਬਣਾਏ, ਸਰੀਰਾਂ ਵਿੱਚ ਜੋਤ ਰੱਖੀ, ਇਹਨਾਂ ਜੋਤਾਂ ਦੇ ਵਿੱਚ, ਇਹਨਾਂ ਸਰੀਰਾਂ ਦੇ ਵਿੱਚ, ਇਹਨਾਂ ਚੇਤਨ ਸਤਾ ਰੂਪੀ ਆਤਮਾ ਦੇ ਵਿੱਚ ਤੂੰ ਹੀ ਵਸਦਾ ਹੈ। ਕਿਛ ਕਰਿਓ ਦਿਖਾ ਸਿਆਣੀਏ। ਸਾਨੂੰ ਦੱਸ ਅਸੀਂ ਕਿਵੇਂ ਸਿਆਣੀਏ, ਕਿਵੇਂ ਪਹਿਚਾਣੀਏ? ਨਾਨਕ ਗੁਰਮੁਖ ਨਦਰੀ ਆਇਆ, ਹਰ ਇੱਕੋ ਸੁਗੜ ਸੁਜਾਣੀਐ। ਗੁਰਮੁਖਾਂ ਨੂੰ ਇਹ ਸਮਝ ਆਈ, ਉਹਨਾਂ ਦ੍ਰਿਸ਼ਟੀ 'ਚ ਆਇਆ ਕਿ ਇਹ ਸਾਰੇ ਕੰਮ ਕਰਨ ਵਾਲਾ ਉਹ ਪਰਮੇਸ਼ਰ ਅੰਤਰਜਾਮੀ ਆਪ ਹੈ। ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀੜ ਪਛਾਣਤ। ਸਾਰਿਆਂ ਦੇ ਅੰਦਰ ਬੈਠਾ ਉਹ ਆਪ ਹੀ ਸਭ ਕੁਝ ਕਰਨ ਵਾਲਾ ਹੈ। ਤੋ ਜਿਹੜੇ ਗੁਰਮੁਖ ਹੈ ਉਹ ਪਾਪ ਪੁੰਨ ਤੋਂ ਉੱਚੇ ਉੱਠ ਜਾਂਦੇ ਹੈ, ਉਹ ਨਰਕ ਸੁਰਗ ਤੋਂ ਪਰੇ ਟੱਪ ਜਾਂਦੇ ਹੈ, ਉਹ ਪਰਮੇਸ਼ਰ ਵਿੱਚ ਮਿਲ ਜਾਂਦੇ ਹੈ ਅਤੇ ਹਰ ਥਾਂ ਪਰਮੇਸ਼ਰ ਨੂੰ ਦੇਖਦੇ ਹਨ, ਬਲਕਿ ਉਹ ਹੱਸਦੇ ਆ। ਸੋ ਅੱਜ ਦੇ ਦਿਹਾੜੇ 'ਤੇ ਇਹਨਾਂ ਭਗਤਾਂ ਨੇ ਵੀ ਐਸੀਆਂ ਜੱਜਮੈਂਟਾਂ ਕੀਤੀਆਂ। ਭਗਤ ਰਵਿਦਾਸ ਜੀ ਦਾ ਪ੍ਰਕਾਸ਼ ਦਿਹਾੜਾ, ਉਹ ਚਾਹੁੰਦੇ ਹੈ ਕਿ ਮੇਰੇ ਸਾਹਮਣੇ ਮੈਂ ਇਹੋ ਜਿਹਾ ਦੇਸ਼ ਵੇਖਣਾ ਚਾਹੁੰਦਾ। ਬੇਗਮਪੁਰਾ ਸ਼ਹਿਰ ਕੋ ਨਾਓ, ਦੁੱਖ ਅੰਦੋ ਨਹੀਂ ਤੇ ਠਾਓ। ਜਿੱਥੇ ਕੋਈ ਗਮ ਨਾ ਹੋਵੇ, ਕੋਈ ਦੁੱਖ ਨਾ ਹੋਵੇ, ਕੋਈ ਧੋਖਾ ਨਾ ਹੋਵੇ, ਕੋਈ ਚਿੰਤਾ ਨਾ ਹੋਵੇ।
ਨਾ ਤਸਵੀਸ ਖਰਾਜ ਨਾ ਮਾਲ, ਨਾ ਕਿਤੇ ਕੋਈ ਟੈਕਸ ਲੱਗੇ, ਨਾ ਕੋਈ ਕਿਸੇ ਤੋਂ ਖੋਵੇ ਖਾਵੇ। ਖੌਫ ਨਾ ਖਤਾ ਨਾ ਤਰਸ ਜਵਾਲ, ਨਾ ਕੋਈ ਡਰੇ ਨਾ ਕੋਈ ਡਰਾਵੇ। ਐਸਾ ਦੇਸ਼ ਬਣ ਜਾਵੇ ਕਿਤੇ ਆਮ ਖੂਬ ਵਤਨ ਗਏ ਭਾਈ, ਉਹਾਂ ਖੈਰ ਸਦਾ ਮੇਰੇ ਭਾਈ। ਇਹਨਾਂ ਭਗਤਾਂ ਨੂੰ ਉਹ ਦੇਸ਼ ਮਿਲ ਗਿਆ, ਭਾਵ ਪਰਮੇਸ਼ਰ ਨਾਲ ਮਿਲਾਪ ਹੋ ਗਿਆ, ਜਿੱਥੇ ਇਹ ਚੀਜ਼ਾਂ ਨਹੀਂ ਹੈਗੀਆਂ। ਤੇ ਭਗਤਾਂ ਦਾ ਦੂਸਰਾ ਅਰਥ ਇਹ ਵੀ ਮਕਸਦ ਹੈ ਕਿ ਸਾਡੀ ਦੁਨੀਆ ਵੀ ਇੱਦਾਂ ਦੀ ਕਿਤੇ ਬਣ ਜਾਵੇ। ਆ ਵੋਟਾਂ ਪੈਂਦੀਆਂ, ਕਿਤੇ ਭਗਤ ਰਵਿਦਾਸ ਜੀ ਤੋਂ ਮਾਰਗ ਦਰਸ਼ਨ ਲੈ ਲੈਣੇ ਲੋਕ, ਮੰਤਰੀ ਸੰਤਰੀ, ਕਿਉਂਕਿ ਜਿੰਨਾ ਚਿਰ ਅਸੀਂ ਧਰਮ ਨੂੰ ਉੱਪਰ ਨਹੀਂ ਰੱਖਦੇ ਉਹਨਾਂ ਚਿਰ ਰਾਜਨੀਤੀ ਪਾਸ ਨਹੀਂ ਹੋ ਸਕਦੀ। ਰਾਜਨੀਤੀ ਧਰਮ ਨੂੰ ਦਬਾ ਕੇ ਚੱਲਦੀ ਆ, ਇਸੇ ਕਰਕੇ ਰਾਜਨੀਤੀ ਫੇਲ ਆ। ਕਹੋ ਸਤਨਾਮ ਸ੍ਰੀ। ਜੇ ਰਾਜਨੀਤੀ ਧਰਮ ਦੇ ਮੁਤਾਬਕ ਚੱਲੇ, ਭਗਤਾਂ ਦੀ, ਗੁਰਮੁਖਾਂ ਦੀ, ਗੁਰੂਆਂ ਦੀ ਬਾਣੀ ਕੀ ਕਹਿੰਦੀ ਹੈ, ਇਹਦੇ ਮੁਤਾਬਕ ਥੋੜ੍ਹਾ ਜੀਵਨ ਬਣਾ ਲਵੇ ਤਾਂ ਰਾਜਨੀਤਿਕ ਚੰਗੇ ਹੋ ਸਕਦੇ ਆ। ਤੇ ਭਗਤ ਰਵਿਦਾਸ ਜੀ ਦਾ ਇਹ ਰਾਜਨੀਤੀ ਦਾ ਹੀ ਸ਼ਬਦ ਹੈ ਕਿ ਇਹੋ ਜਿਹਾ ਦੇਸ਼ ਬਣਾ ਦਿਓ ਜਿਹੋ ਜਿਹਾ ਉਹਨਾਂ ਦੇ ਸ਼ਬਦ ਵਿੱਚ ਰਚਨ ਕੀਤਾ ਗਿਆ। ਬੇਗਮਪੁਰਾ ਸ਼ਹਿਰ ਕੋ ਨਾਓ, ਤੇ ਉਸ ਸ਼ਹਿਰ ਦਾ ਨਾਮ ਮੈਂ ਰੱਖ ਦੇਵਾਂ, ਇੱਥੇ ਕੋਈ ਗਮ ਨਹੀਂ, ਇਹਦਾ ਨਾਮ ਹੈ ਬੇਗਮਪੁਰਾ। ਭਾਵ ਇਹ ਦੇਸ਼ ਬੇਗਮਪੁਰਾ ਬਣ ਜਾਵੇ, ਗਮਾਂ ਰਹਿਤ ਹੋ ਜਾਵੇ, ਸੰਸਾਰ ਦੇ ਦੁੱਖ ਦੂਰ ਹੋ ਜਾਣ, ਨਾ ਕੋਈ ਕਿਸੇ ਨੂੰ ਡਰਾਵੇ, ਨਾ ਕੋਈ ਕਿਸੇ ਤੋਂ ਡਰੇ, ਨਾ ਕਿਸੇ 'ਤੇ ਤਰਸ ਕਰਨ ਦੀ ਲੋੜ ਪਵੇ, ਕਿਉਂਕਿ ਸਾਰੇ ਇੱਕੋ ਜਿਹੇ ਹੋ ਜਾਣਗੇ। ਤਰਸ ਉਦੋਂ ਹੀ ਕੀਤਾ ਜਾਂਦਾ ਜਦੋਂ ਕੋਈ ਬਹੁਤ ਗਰੀਬ ਹੈ, ਨਿਮਾਣਾ ਹੈ, ਮਾੜਾ ਹੈ। ਇਸ ਕਰਕੇ ਨਾ ਤਸਵੀਸ ਖਰਾਜ ਨਾ ਮਾਲ, ਖੌਫ ਨਾ ਖਤਾ ਨਾ ਤਰਸ ਜਵਾਲ। ਆਮ ਖੂਬ ਵਤਨ ਗਏ ਭਾਈ, ਊਹਾਂ ਖੈਰ ਸਦਾ ਮੇਰੇ ਭਾਈ। ਦੋਮ ਨਾ ਸੇਮ ਏਕ ਸੋ ਆਹੀ। ਉੱਥੇ ਅਲੱਗ ਲੱਗਦੇ ਨਹੀਂ, ਸੇਮ ਦਾ ਹੁੰਦਾ ਬਰਾਬਰ, ਸਾਰੇ ਬਰਾਬਰ ਹੋਣ। ਡਾਕਟਰ ਅੰਬੇਦਕਰ ਨੇ ਵੀ ਇਹੋ ਹੀ ਉੱਪਰ ਪ੍ਰਚਾਰ ਕੀਤਾ ਕਿ ਸਾਰੇ ਬਰਾਬਰ ਹਨ, ਕੋਈ ਨੀਚ ਜਾਤ ਊਚ ਨਾਚ ਨਹੀਂ ਹੈ। ਇਹ ਤਾਂ ਅਖੌਤੀ ਧਰਮ ਦੇ ਮੁਖੀ ਬ੍ਰਾਹਮਣਾਂ ਨੇ ਉਸ ਵੇਲੇ ਗੁਰੂ ਪਿਆਰੋ ਦੁਨੀਆ ਨੂੰ 4 ਹਿੱਸਿਆਂ ਵਿੱਚ ਵੰਡ ਦਿੱਤਾ, ਜਿਸ ਕਰਕੇ ਦੁਨੀਆ ਨੂੰ ਆਪਸੀ ਲੜਾਈਆਂ ਕਰਵਾ ਦਿੱਤੀਆਂ। ਕੋਈ ਖੱਤਰੀ ਬਣਾਤਾ, ਕੋਈ ਸ਼ੂਦਰ ਬਣਾਤਾ, ਕੋਈ ਬ੍ਰਾਹਮਣ ਬਣ ਗਿਆ, ਕੋਈ ਵੈਸ਼ ਬਣ ਗਿਆ। ਅੱਜ ਵੀ ਜਾਤਾਂ ਪਾਤਾਂ ਧਰਮਾਂ ਦੇ ਨਾਮ 'ਤੇ ਦੁਨੀਆ ਲੜ ਰਹੀ ਹੈ। ਤੋਂ ਭਗਤ ਰਵਿਦਾਸ ਜੀ ਦੇ ਪ੍ਰਕਾਸ਼ ਦਿਹਾੜੇ ਤੋਂ ਆਪਾਂ ਇਹ ਮਾਰਗ ਦਰਸ਼ਨ ਲਈਏ, ਭਗਤਾਂ ਦੀ ਬਾਣੀ ਤੋਂ, ਉਹਨਾਂ ਦੀਆਂ ਵਿਚਾਰਾਂ ਤੋਂ ਇਹ ਜੀਵਨ ਵਧੀਆ ਬਣਾਉਣ ਦਾ ਮਾਰਗ ਦਰਸ਼ਨ ਲੈ ਸਕਦੇ ਹਾਂ। ਸੋ ਅੱਜ ਦਾ ਦਿਹਾੜਾ ਭਗਤ ਰਵਿਦਾਸ ਜੀ ਦੇ ਪ੍ਰਕਾਸ਼ ਦਿਹਾੜਾ ਹੈ। ਆਪ ਜੀ ਨੂੰ ਲੱਖ ਲੱਖ ਵਧਾਈਆਂ। ਵਿਚਾਰਾਂ ਇੱਥੇ ਰੋਕਦੇ ਹਾਂ, ਅਗਲੀਆਂ ਵਿਚਾਰਾਂ ਕੱਲ੍ਹ ਦੇ ਦੀਵਾਨਾਂ ਵਿੱਚ ਸਰਵਣ ਕਰਾਂਗੇ। ਬੋਲਦਿਆਂ ਨੇਕਾਂ ਅੱਖਰ ਬਾਅਦ ਘਾਟ ਹੋ ਜਾਂਦੇ। ਸਿੱਖ ਸੰਗਤਾਂ 'ਤੇ ਸਤਿਗੁਰੂ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ। ਸਮਾਪਤੀ ਕਰੀਏ। ਬੁਲਾਓ।